ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਆਪ ਜੀ ਮਾਈ ਭਾਈ ਕੁਝ ਸਮੇਂ ਤੋਂ ਜੋ ਕਥਾ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ, ਜੋ ਕਿ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ਼ ਵਿੱਚ 12ਵੀਂ ਪੀੜ੍ਹੀ 'ਚ ਪੈਦਾ ਹੋਏ ਆਤ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਲਿਖਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਆਪ ਸਰਵਣ ਕਰਦੇ ਆ ਰਹੇ ਹੋ, ਤੋ ਸੰਤ ਰੇਣ ਜੀ ਨੇ ਇਸ ਗ੍ਰੰਥ ਦਾ ਨਾਮ ਸ੍ਰੀ ਗੁਰਪੁਰਬ ਪ੍ਰਕਾਸ਼ ਤੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ 10 ਮਹੱਲਿਆਂ ਦੇ ਰੂਪ ਵਿੱਚ ਲਿਖਿਆ ਹੈ। ਭਾਵ ਇਹ ਜੋ ਗ੍ਰੰਥ ਹੈ ਇਹ ਗੁਰਪੁਰ ਹੈ। ਭਾਵ ਗੁਰੂਪੁਰੀ, ਜਿਵੇਂ ਕੋਈ ਬਹੁਤ ਵੱਡਾ ਪੁਰੀ ਸ਼ਹਿਰ ਨਗਰ, ਤੇ ਫਿਰ ਨਗਰ ਦੇ ਵਿੱਚ ਮਹੱਲੇ ਹੁੰਦੇ ਹਨ। ਇਹ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸੰਤ ਰੇਣ ਜੀ ਨੇ ਉਹਨਾਂ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਤੀਜਾ, ਇਸ ਤਰ੍ਹਾਂ 10 ਮਹੱਲੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ। ਫਿਰ ਇੱਕ ਮਹੱਲੇ ਵਿੱਚ ਘਰ ਹੁੰਦੇ ਨੇ, ਮਕਾਨ ਹੁੰਦੇ ਹਨ। ਉਹ ਫਿਰ ਜਿਹੜੇ ਪ੍ਰਸੰਗ ਨੇ, ਜਿਵੇਂ ਆਪਾਂ ਅਧਿਆਏ ਕਹਿ ਦਿੰਦੇ ਆ, ਇਹਨਾਂ ਨੂੰ ਸੰਤ ਰੇਣ ਜੀ ਨੇ ਘਰ ਕਿਹਾ। ਇਹ ਪਹਿਲੇ ਘਰ ਦੀ ਕਥਾ, ਦੂਜੇ ਘਰ ਦੀ ਕਥਾ। ਜਿਵੇਂ ਕਿ ਕੱਲ ਤੱਕ ਆਪ ਜੀ ਨੇ 5ਵੇਂ ਮਹੱਲੇ ਦੀ
ਜੋ ਕਥਾ ਉਹ ਸਰਵਣ ਕੀਤੀ, ਭਾਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਪ੍ਰਸੰਗ, ਜਿਹਦੇ ਕਿ 44 ਪ੍ਰਸੰਗ ਨੇ, ਭਾਵ 44 ਅਧਿਆਏ ਹੈ, ਜਿਨ੍ਹਾਂ ਵਿੱਚ ਕਿਸੇ 'ਚ ਇੱਕ ਪ੍ਰਸੰਗ, ਕਿਸੇ 'ਚ 2-2, 3-3, 4-4 ਵੀ ਪ੍ਰਸੰਗ ਸੰਖੇਪ ਲਏ ਨੇ। ਤੋ 44 ਘਰ ਰੂਪ 44 ਘਰਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ 5ਵੇਂ ਮਹੱਲੇ ਦੀ ਕਥਾ ਸੰਤ ਰੇਣ ਜੀ ਨੇ ਸੰਪੂਰਨ ਕੀਤੀ ਹੈ। ਸੰਖੇਪ ਇਤਿਹਾਸ ਹੈ। ਆਪ ਜੀ ਨੇ ਕੱਲ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਕਿਵੇਂ ਹੋਈ, ਸੱਚਖੰਡ ਗਵਨ ਉਪਰੰਤ ਜੋ ਫਿਰ ਸਾਰੀ ਜਿਹੜੀ ਸਰੀਰਕ ਮਰਿਆਦਾ ਨਿਭਾਈ, ਸ੍ਰੀ ਅੰਮ੍ਰਿਤਸਰ ਸਾਹਿਬ 5 ਸ੍ਰੀ ਅਖੰਡ ਪਾਠ ਸਾਹਿਬ ਕਰਕੇ ਭੋਗ ਪਾਏ ਗਏ ਲੜੀਵਾਰ, ਔਰ ਜਿਹੜੀ ਫਿਰ ਜਿੰਨੀ ਮਾਇਆ ਇਕੱਤਰ ਹੋਈ, ਸਤਿਗੁਰੂ ਜੀ ਨੇ ਵਿਵੇਕ ਸਰਨਾਮੇ ਸਰੋਵਰ ਤੀਰਥ ਰਚਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਯਾਦ ਵਿੱਚ। ਇਹ ਕਥਾ ਆਪ ਜੀ ਨੇ ਕੱਲ ਸਰਵਣ ਕੀਤੀ ਹੈ। ਤੋ ਅੱਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ, ਜੋ ਕਿ ਗੁਰੂ ਬਣਨ ਤੋਂ ਬਾਅਦ ਪਹਿਲਾਂ ਜੋ ਹੈ ਅਵਤਾਰ ਦੀ ਕਥਾ ਉਹ ਆ ਚੁੱਕੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਪ੍ਰਸੰਗਾਂ ਵਿੱਚ। ਤੋ ਇਹ ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਸਤਿਗੁਰੂ ਜੀ ਕਿਵੇਂ ਗੁਰਤਾ ਗੱਦੀ ਸੰਭਾਲ ਕਰਕੇ ਜੋ ਵੀ ਕਾਰਜ ਕੀਤੇ, ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤੇ, ਉਹ ਕਥਾ ਹੈ ਜੋ ਕਿ ਸੰਤ ਰੇਣ ਜੀ ਆਰੰਭ ਕਰਦੇ ਹਨ। ਪ੍ਰੇਮ ਔਰ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਕਾਲ ਜੀ ਸਹਾਏ। ਤੋ ਇਹ ਮੰਗਲ 3 ਪਹਿਲਾਂ ਸੰਤ ਰੇਣ ਜੀ ਕਰਦੇ ਨੇ। ਸ੍ਰੀ ਅਕਾਲ ਜੀ ਸਹਾਏ ਕਿ ਜੋ ਭਾਈ ਸੁਭਾਏਮਾਨ, ਸ੍ਰੀ ਦਾ ਭਾਵ ਸ਼੍ਰੋਮਣੀ, ਜੋ ਸਭ ਦਾ ਮਾਲਕ ਹੈ, ਅਕਾਲ, ਜੋ ਕਾਲ ਤੋਂ ਰਹਿਤ ਹੈ, ਅਕਾਲ ਮੂਰਤ, ਜਿਵੇਂ ਆਪਾਂ ਪੜ੍ਹਦੇ ਹਾਂ, ਕਾਲ ਨਾਮ ਸਮੇਂ ਦਾ ਹੈ। ਭਾਵ ਇੱਕ ਹੁੰਦਾ ਕਿ ਕਾਲ ਉਹਨੂੰ ਕਹਿੰਦੇ ਨੇ ਕੋਈ ਚੀਜ਼ ਸਮੇਂ 'ਚ ਹੀ ਬਣੀ ਹੈ, ਉਹਦੇ ਬਣਨ ਦੀ ਮਿਤੀ ਨੀਅਤ ਹੈ, ਜਿਹੜੀ ਸਮੇਂ 'ਚ ਬਣੀ ਹੈ ਇੱਕ ਦਿਨ ਉਹ ਸਮੇਂ ਦੇ ਵਿੱਚ ਖਤਮ ਵੀ ਜ਼ਰੂਰ ਹੋ ਜਾਂਦੀ ਹੈ। ਤੋ ਪਰਮੇਸ਼ਰ ਜੋ ਹੈ ਉਹ ਅਕਾਲ ਹੈ, ਉਹ ਸਮੇਂ ਤੋਂ ਪਹਿਲਾਂ, ਸਮਾਂ ਉਸ ਤੋਂ ਬਾਅਦ ਹੀ ਬਣਿਆ। ਉਹ ਕਦੋਂ ਦਾ ਇਹ ਉਹੀ ਜਾਣਦਾ। ਤੇ ਉਹ ਮਹਾਰਾਜ ਨੇ ਦੱਸਤਾ ਭਾਈ ਉਹ ਸਦੀਵੀ ਹੈ। ਐਸਾ ਜੋ ਸ੍ਰੀ ਅਕਾਲ ਪੁਰਖ ਜੀ ਸਹਾਏ, ਉਹੀ ਹਮੇਸ਼ਾ ਸਭ ਦੇ ਸਹਾਇਕ ਨੇ। ਸੰਤ ਰੇਣ ਜੀ ਬੇਨਤੀ ਰੂਪੀ ਹੈ ਕਿ ਸਾਡੀ ਵੀ ਸਹਾਇਤਾ ਕਰੋ, ਤੇ ਉਹ ਸਭ ਦੇ ਸਹਾਇਕ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਐਸੇ ਜੋ ਸਭ ਤੋਂ ਸ਼੍ਰੋਮਣੀ, ਸਭ ਤੋਂ ਮਹਾਨ, ਸੁਭਾਏਮਾਨ, ਮਾਇਆਪਤੀ ਪਰਮੇਸ਼ਰ, ਜੋ ਵਾਹਿਗੁਰੂ ਅਚਰਜ ਸਰੂਪ ਨੇ, ਜੀ ਕੀ ਫਤਿਹ, ਉਹਨਾਂ ਦੀ ਹੀ ਫਤਿਹ ਹੈ। ਭਾਵ ਹਰ ਜਗ੍ਹਾ ਤੇ ਪਰਮੇਸ਼ਰ ਦਾ ਹੀ ਡੰਕਾ ਵੱਜਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਐਸਾ ਜੋ ਇੱਕ ਅਦਵੈਤ ਸਰੂਪ ਅਦੁੱਤੀ ਬ੍ਰਹਮ ਹੈ, ਓੰਕਾਰ, ਅਦੁੱਤੀ ਭਾਵ ਕਿ ਉਹ ਹੀ ਹੈ, ਉਸ ਵਰਗਾ ਨਾ ਕੋਈ ਹੈ, ਕੋਈ ਉਦਾਹਰਨ ਹੀ ਨਹੀਂ ਦਿੱਤੀ ਜਾ ਸਕਦੀ ਰੱਬ ਕਿਸ ਵਰਗਾ ਹੈ। ਓੰਕਾਰ ਉਹ ਇਹ ਸਭ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਪਰਮੇਸ਼ਰ ਹੈ। ਸਤ
ਉਹ ਨਾਸ਼ ਤੋਂ ਰਹਿਤ ਹੈ, ਸਤ ਸਰੂਪ ਹੈ। ਗੁਰ ਉਹ ਚੇਤਨ ਸਰੂਪ ਹੈ। ਪ੍ਰਸਾਦ, ਪ੍ਰਸਾਦ ਦਾ ਭਾਵ ਹੈ ਉਹ ਆਨੰਦ ਸਰੂਪ ਹੈ। ਤੇ ਫਿਰ ਗੁਰ ਦੇ ਅਰਥ ਵੱਡਾ ਵੀ ਕਰਦੇ ਨੇ ਕਿ ਉਹ ਸਭ ਤੋਂ ਵੱਡਾ ਹੈ। ਪ੍ਰਸਾਦ ਉਹ ਕਿਰਪਾ ਸਰੂਪ ਹੈ। ਇਸ ਕਰਕੇ ਇਹਨੂੰ ਸ਼ਾਹ ਨਹੀਂ ਬੋਲਣਾ ਹੈ। ਜਿਹੜੇ ਕੋਈ ਪਾਠ ਕਰਦੇ ਉਹਨਾਂ ਨੂੰ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਸ਼ਾਦ ਨਹੀਂ ਕਹਿਣਾ। ਪ੍ਰਸ਼ਾਦ ਹੁੰਦਾ ਜਿਹੜਾ ਆਪਾਂ ਕਹਿੰਦੇ ਹਾਂ ਭਾਈ ਕੜਾਹ ਪ੍ਰਸ਼ਾਦ ਲੈ ਲਓ, ਗੁਰੂ ਕਾ ਪ੍ਰਸ਼ਾਦ ਛਕ ਲਓ। ਸ਼ਾਹ ਨਹੀਂ ਹੈ, ਸਾ ਪ੍ਰਸਾਦ। ਤੇ ਰਾਰਾ ਪੈਰ ਵਿੱਚ ਹੈ, ਪ੍ਰਸਾਦ ਨਹੀਂ ਕਹਿਣਾ। ਇਸ ਕਰਕੇ ਇਹਨੂੰ ਇੱਕਦਮ ਪ੍ਰਸਾਦ। ਇਹ ਤਾਂ ਚਲੋ ਹੈ ਤਾਂ ਸੰਥਿਆ ਵੀ ਹੈ ਤੇ ਇਹ ਹੁਣ ਜੇ ਕੋਈ ਸੁਣਦਾ ਹੈ ਤਾਂ ਉਹ ਫਿਰ ਭਾਈ ਇਹ ਵੀ ਆਪਣਾ ਉਚਾਰਨ ਨੂੰ ਸੁੱਧ ਕਰ ਸਕਦਾ ਹੈ। ਤੋ ਇਸ ਕਰਕੇ ਇਹਦੇ ਵੱਲ ਵੀ ਆਪਾਂ ਨੂੰ ਜ਼ਰੂਰੀ ਕਿ ਜਿਵੇਂ ਆਮ ਆਪਣੇ ਕੋਈ ਕਿਵੇਂ ਬੋਲਦਾ ਹੈ, ਏਕਮਕਾਰ ਕਹਤਾ ਜਾਂ ਇੱਕੋਕਾਰ, ਇੱਕੋਕਾਰ ਸ਼ਬਦ ਕੀ ਹੈ? ਇੱਕ ਓੰਕਾਰ, ਸਤਿਗੁਰ ਪ੍ਰਸਾਦ। ਫਿਰ ਇਹਦੇ ਅਰਥ ਇਹ ਵੀ ਕਿ ਜਿਹੜਾ ਐਸਾ ਅਦੁੱਤੀ ਬ੍ਰਹਮ ਪਰਮੇਸ਼ਰ ਸਭ ਦਾ ਪ੍ਰਕਾਸ਼ਕ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਆਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਤੋ ਹੁਣ, ਆਥ ਦਾ ਮਤਲਬ ਹੈ ਹੁਣ। ਜੋ ਭਾਈਏ ਸ੍ਰੀ ਗੁਰੂ ਮਹਾਰਾਜ ਦਾ ਇਤਿਹਾਸ ਹੈ, ਜੋ ਜਿਸ ਦਾ ਨਾਮ ਹੈ ਗ੍ਰੰਥ ਦਾ ਸ੍ਰੀ ਗੁਰਪੁਰ ਪ੍ਰਕਾਸ਼। ਇਹ ਆਪਾਂ ਪਹਿਲਾਂ ਗੱਲ ਕਰ ਲਈ ਕਿ ਗੁਰਪੁਰ ਦਾ ਅਰਥ ਕੀ ਹੈ। ਇਸ ਗ੍ਰੰਥ ਦਾ ਨਾਮ ਹੈ ਜੋ ਹੁਣੇ ਭਾਈ ਜੋ ਗ੍ਰੰਥ ਹੈ ਖਸ਼ਟਮ ਮਹੱਲੇ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੀ ਕਥਾ ਪ੍ਰਾਰੰਭਤੇ। ਤੋ 6ਵੇਂ ਮਹੱਲੇ, ਖਸ਼ਟਮ ਭਾਵ 6ਵੇਂ ਮਹੱਲੇ ਦੀ ਕਥਾ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੀ। ਇੱਥੇ ਵੀ ਹੁਣ ਆਮ ਤੌਰ ਤੇ ਸੱਸਾ ਪੈਰ ਚਰਾਰਾ ਤੇ ਫਿਰ ਬਿਹਾਰੀ। ਇਹਦਾ ਆਮ ਤੌਰ ਤੇ ਅਸੀਂ ਜਿਹੜਾ ਉਚਾਰਨ ਕਰਦੇ ਹਾਂ ਸੱਸੇ ਸਿਹਾਰੀ ਤੇ ਰਾਰੇ ਬਿਹਾਰੀ, ਸ੍ਰੀ ਕਰਦੇ ਹਾਂ ਨਾ ਕਿ ਇਹਦਾ ਜਿਹੜਾ ਸ੍ਰੀ ਇੱਕ ਦਾ ਬੋਲਣਾ ਸ੍ਰੀ, ਸ੍ਰੀ ਨਹੀਂ ਹੈ। ਸ੍ਰੀ ਤੇ ਸ੍ਰੀ ਥੋੜਾ ਜਿਹਾ ਬਸ ਉਚਾਰਨ ਵਿੱਚ ਫਰਕ ਹੈ। ਪਰ ਹੁਣ ਇਹ ਤਾਂ ਚਲੋ ਆਏ ਤੁਸੀਂ ਸੰਗਤ ਸੁਣਦੇ ਹੋ, ਇਹਨਾਂ ਗੱਲਾਂ ਵੱਲ ਤਾਂ ਮਾਫ ਕਰਨਾ ਪਾਠੀ ਸਿੰਘ ਨਹੀਂ ਧਿਆਨ ਦਿੰਦੇ। ਜਿਹੜੇ ਪਾਠ ਕਰਕੇ ਰੁਜ਼ਗਾਰ ਆਪਣਾ ਚਲਾ ਰਹੇ ਹਨ, ਜੇ ਕਿਸੇ ਨੂੰ ਕਹਿ ਦਈਏ ਸੰਥਿਆ ਕਰ ਲਓ ਸਗੋਂ ਉਲਟੋਂ ਲੈ ਇਹ ਵੱਡੇ ਬਣੇ ਫਿਰਦੇ ਆ, ਇਹੋ ਜਿਹਾ ਕੁਝ ਹੋ ਗਿਆ। ਅਸਲ ਇਹ ਜਾਣ ਲਓ ਕਿ ਬਿਨਾਂ ਸੰਥਿਆ ਤੋਂ ਗੁਰਬਾਣੀ ਦਾ ਪਾਠ ਹੋ ਨਹੀਂ ਸਕਦਾ। ਉਹ ਤੋਂ ਉਚਾਰਨ ਹੀ ਨਹੀਂ ਗੱਲ ਬਣਦੀ। ਸੰਥਿਆ ਜਿਹੜੀ ਆ ਉਹ ਕੋਈ ਦੁਨਿਆਵੀ ਵਿਦਿਆ ਨਾਲ ਨਹੀਂ, ਸੰਸਾਰੀ ਵਿਦਿਆ ਜਿੰਨੀ ਮਰਜ਼ੀ ਪੜ੍ਹਿਆ ਹੋਵੇ, ਪਰ ਗੁਰਮੁਖਾਂ ਕੋਲੋਂ, ਗਿਆਨੀ ਪੁਰਸ਼ਾਂ ਕੋਲੋਂ ਜਿੰਨਾ ਸਮਾਂ ਅਸੀਂ ਗੁਰਬਾਣੀ ਦੀ ਸੰਥਾ ਨਹੀਂ ਲੈਂਦੇ, ਗੁਰਬਾਣੀ ਦਾ ਸ਼ੁੱਧ ਉਚਾਰਨ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਤੋ ਸਤਿਗੁਰੂ ਭਾਵ ਜੋ ਸਤ ਸਰੂਪ ਗਿਆਨ ਪ੍ਰਕਾਸ਼ ਦਾਤਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਐਸੇ ਗੁਰੂ ਪਾਤਸ਼ਾਹ ਜੀ ਖਸ਼ਟਮ ਮਹੱਲੇ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੀ ਕਥਾ ਪ੍ਰਾਰੰਭਤੇ। ਹੁਣ ਭਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰਦੇ ਹਾਂ। ਪ੍ਰਾਰੰਭ ਤੇ ਇਸ ਤਰ੍ਹਾਂ ਸਤਿਕਾਰਤ ਸ਼ਬਦ ਹੈ, ਜਿਵੇਂ ਆਮ ਆਪਾਂ ਸ਼ਬਦ ਵਰਤਦੇ ਭਾਈ ਅਖੰਡ ਪਾਠ ਪ੍ਰਾਰੰਭ ਹੋਣ ਵਾਲੇ ਹਨ। ਪਾ ਸ਼ਬਦ ਜਿਹੜਾ ਹੈ ਪ੍ਰਾਰੰਭ, ਇਹ ਆਪਾਂ ਸਤਿਕਾਰ ਵਿੱਚ ਵਰਤਦੇ ਹਾਂ, ਆਰੰਭ ਵੀ ਕਹਿ ਦਿੰਦੇ ਹਾਂ। ਇਹਦਾ ਭਾਵ ਇਹੀ ਹੈ ਕਿ ਉਹ ਕਥਾ ਹੁਣ 6ਵੇਂ ਪਾਤਸ਼ਾਹ ਜੀ ਦੀ ਆਰੰਭ ਕਰਦੇ ਹਨ। ਦੋਹਰਾ ਹੁਣ ਪਹਿਲਾਂ ਮੰਗਲ ਹੈ,
ਜਿਵੇਂ ਪਹਿਲਾਂ ਮੰਗਲ ਜੋ ਗੁਰੂ ਮਹਾਰਾਜ ਜੀ ਨੇ ਕੀਤੇ, ਸੰਤ ਰੇਣ ਜੀ ਨੇ ਉਹ ਕਰਤੇ। ਹੁਣ ਇਹ ਕਵੀ ਆਪਣੇ ਵੱਲੋਂ ਕਾਵਿ ਰੂਪ ਦੇ ਵਿੱਚ ਮੰਗਲ ਕਰਦਾ ਹੈ। ਪਹਿਲਾਂ ਅਕਾਲ ਪੁਰਖ, ਫਿਰ ਦਸਾਂ ਪਾਤਸ਼ਾਹੀਆਂ ਜੋ ਅਕਾਲ ਪੁਰਖ ਦਾ ਸਾਕਾਰ ਰੂਪ ਹੈ, ਬ੍ਰਹਮ ਰੂਪ ਨੇ। ਇਸ ਤਰ੍ਹਾਂ ਲੜੀ ਤਹਿਤ ਮੰਗਲ ਕਰ ਰਹੇ ਹਨ। ਆਦ ਸੱਚ ਅਬ ਸੱਚ ਹੈ, ਅੰਤ ਸੱਚ ਜੋ ਹੋਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਨੇ ਜੋ ਮੰਗਲ ਹੈ ਨਾ, ਜੋ ਮੂਲ ਮੰਤਰ ਰੂਪ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਉਸੇ ਭਾਵ ਨੂੰ ਸੰਤ ਰੇਣ ਜੀ ਨੇ ਲਿਆ। ਆਦ ਸੱਚ ਅਬ ਸੱਚ ਹੈ, ਅੰਤ ਸੱਚ ਜੋ ਹੋਏ। ਜੋ ਭਾਈ ਪਹਿਲਾਂ ਵੀ ਸੱਚ ਹੀ ਸੀ, ਸਦੀਵੀ ਸੱਚ, ਹੁਣ ਵੀ ਉਹ ਸੱਚ ਸਰੂਪ ਹੈ, ਤੇ ਅੱਗੇ ਵੀ ਅੰਤ ਭਾਵ ਤ੍ਰੈ ਕਾਲ ਉਹ ਸੱਚ ਹੈ। ਪਹਿਲਾਂ ਜੋ ਭੂਤਕਾਲ ਸਮਾਂ ਲੰਘ ਗਿਆ ਉਦੋਂ ਵੀ ਸੱਚ ਸਰੂਪ, ਉਵੇਂ ਸੱਚ ਕਾਇਮ ਦਾ ਹੁਣ ਵਰਤਮਾਨ ਵਿੱਚ ਵੀ ਹੈ, ਅੱਗੇ ਭਵਿੱਖ ਵਿੱਚ ਵੀ ਹੈ। ਉਹ ਸੱਚ ਸਰੂਪ ਹੈ, ਹਮੇਸ਼ਾ ਹੀ ਸੱਚ ਹੈ। ਹੋਇ ਪ੍ਰਣਾਮ ਕਰਤਾਰ ਕੋ, ਬਿਘਨ ਹਰਨ ਦੁਖ ਖੋਏ। ਐਸੇ ਭਾਈ ਸਭ ਦੇ ਕਾਰਣਹਾਰ। ਕਰਤਾਰ ਦਾ ਮਤਲਬ ਕੀ ਹੈ? ਜੋ ਸਾਰਿਆਂ ਦਾ ਕਰਤਾ ਹੈ। ਉਸ ਕਰਤਾਰ ਪਰਮੇਸ਼ਰ ਨੂੰ ਹੋਇ ਪ੍ਰਮਾਣ, ਹੋਇ ਪ੍ਰਣਾਮ ਕਰਤਾਰ ਕੋ। ਮੇਰੀ ਪ੍ਰਣਾਮ ਹੋਵੇ, ਨਮਸਕਾਰ ਹੋਵੇ ਉਸ ਕਰਤਾਰ ਨੂੰ। ਬਿਘਨ ਹਰਨ ਦੁਖ ਖੋਏ, ਜੋ ਸਾਰੇ ਬਿਘਨਾਂ ਦਾ ਨਾਸ਼ ਕਰਨ ਵਾਲਾ ਹੈ ਤੇ ਦੁੱਖਾਂ ਨੂੰ ਖੋਣ ਵਾਲਾ ਹੈ। ਭਾਵ ਸਾਡੇ ਦੁੱਖ ਖੋ ਕੇ ਲੈ ਜਾਂਦਾ ਹੈ ਤੇ ਸੁੱਖ ਸਾਨੂੰ ਦੇ ਜਾਂਦਾ ਹੈ। ਐਸਾ ਹੈ ਪ੍ਰਮਾਤਮਾ ਜੋ ਸਾਡੇ ਦੁੱਖਾਂ ਨੂੰ ਖੋਹ ਲੈਂਦਾ ਹੈ। ਫਿਰ ਖੋਏ ਦਾ ਮਤਲਬ ਹੈ ਸਾਡੇ ਅੰਦਰੋਂ ਦੁੱਖਾਂ ਨੂੰ ਆਪਾਂ ਕਹਿੰਦੇ ਵੀ ਫਲਾਣੀ ਚੀਜ਼ ਇਹ ਤਾਂ ਖੋ ਗਈ, ਗਵਾਚ ਗਈ। ਭਾਵ ਕਿ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਉਹਦੇ ਜੀਵਨ ਵਿੱਚੋਂ ਦੁੱਖ ਹੀ ਗਵਾਚ ਜਾਂਦੇ ਆ। ਫਿਰ ਖੋਏ ਦਾ ਭਾਵ ਨਾਸ਼, ਜਿਵੇਂ ਕੋਈ ਅੱਗ ਨਾਲ ਜਲਾ ਦਈਏ, ਸਵਾਹ ਕਰ ਦਈਏ, ਖਤਮ ਕਰ ਦਈਏ ਕਿਸੇ ਵਸਤੂ ਨੂੰ। ਇਸ ਤਰ੍ਹਾਂ ਪ੍ਰਮਾਤਮਾ ਬਿਘਨਾਂ ਨੂੰ ਹਰਨ ਵਾਲਾ। ਬਿਘਨਾਂ ਨੂੰ ਹਰਨ ਦਾ ਭਾਵ ਵੀ ਇੱਥੇ ਚਰਾਉਣਾ, ਹਰ ਨਾਮ ਚੋਰ ਹਰਨਾ, ਹਰਨ ਆਹ ਚੀਜ਼ ਆ। ਆਮ ਕਹਿੰਦੇ ਵੀ ਚੋਰ ਫਲਾਨੀ ਚੀਜ਼ ਚੁੱਕ ਕੇ ਹਰਨ ਹੋ ਗਿਆ, ਭਾਵ ਕਿ ਵੀ ਚੋਰੀ ਚੱਕ ਲੈ ਗਿਆ ਕਰਕੇ, ਚੋਰ ਚੋਰੀ ਕਰ ਗਿਆ। ਹਰਨ ਦਾ ਪਵੇ ਤੇ ਬਿਘਨ ਹਰਨ ਨਾਸ਼, ਹਰ ਦੇਣਾ। ਭਾਈ ਜੋ ਬਿਘਨਾਂ ਨੂੰ ਵੀ ਨਾਸ਼, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਐਸੇ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਤ੍ਰੈ ਕਾਲ ਜੋ ਸਤ ਸਰੂਪ ਹੈ, ਉਸ ਨੂੰ ਸੰਤ ਰੇਣ ਜੀ ਕਹਿੰਦੇ ਮੇਰੀ ਪ੍ਰਣਾਮ ਹੋਵੇ, ਨਮਸਕਾਰ ਹੋਵੇ। ਪਸਰਿਓ ਜਸ ਦਸ ਦਿਸਨ ਮੈਂ, ਸਦਰਸ ਸੁਮਨ ਸੋ ਸੇਤ। ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੰਗਲ ਕਰਦੇ ਆ। ਪਸਰਿਓ ਜਸ ਦਸ ਦਿਸਨ ਮੈਂ, ਜਿਨ੍ਹਾਂ ਦਾ ਜਸ ਦਸੇ ਦਿਸ਼ਾਵਾਂ ਵਿੱਚ, 10 ਦਿਸ਼ਾਵਾਂ ਤਾਂ ਆਪ ਜੀ ਨੂੰ ਦੱਸੀਆਂ ਹੀ ਹੈ, ਉੱਤਰ ਦੱਖਣ ਪੂਰਬ ਪੱਛਮ 4 ਹੋ ਗਈਆਂ। ਫਿਰ ਇਹਨਾਂ ਦੇ ਵਿਚਕਾਰ ਦਾ ਜਿਹੜਾ ਉਹਨੂੰ ਵੀ ਦਿਸ਼ਾ, ਫਿਰ ਭਾਈ ਇੱਕ ਹੇਠਾਂ ਤੇ ਇੱਕ ਉੱਪਰ, ਇਹ ਵੀ 2, ਇਸ ਤਰ੍ਹਾਂ 10 ਬਣ ਗਈਆਂ। ਪਸਰਿਓ ਜਸ 10 ਦਿਸਨ ਮੈਂ, ਜਿਨ੍ਹਾਂ ਦਾ ਜਸ ਦਸੇ ਦਿਸ਼ਾਵਾਂ ਵਿੱਚ ਪਸਰਿਆ ਫੈਲਿਆ। ਸਦਰਸ ਸੁਮਨ ਸੋ ਸੇਤ, ਸੇਤ ਨਾਮ ਚਿੱਟੇ ਦਾ ਹੈ, ਸੁਮਨ ਨਾਮ ਫੁੱਲ ਦਾ ਹੈ। ਜਿਹੜੇ ਚਿੱਟੇ ਰੰਗ ਦੇ ਫੁੱਲ ਹੁੰਦੇ ਆ, ਜਿਵੇਂ ਉਹਨਾਂ ਦੀ ਜਿਹੜੀ ਮਹਿਕ ਹੁੰਦੀ ਹੈ ਉਹ ਬਹੁਤ ਹੁੰਦੀ ਹੈ। ਇਸ ਤਰ੍ਹਾਂ ਚਿੱਟੇ ਭਾਵ ਕਿ ਗੁਰੂ ਦਾ ਜਿਹੜਾ ਜਸ ਹੈ, ਉਹ ਜਿਹੜਾ ਨਾਮਣਾ ਪਵਿੱਤਰ ਰੂਪ ਹੈ। 9 ਤਾਂ ਗੁਰਮੁਖੋ ਦੁਨੀਆ ਤੇ ਰਾਮ ਦਾ ਵੀ ਉਨਾ ਹੀ ਹੈ ਤੇ 9 ਰਾਵਣ ਦਾ ਵੀ ਉਨਾ ਹੀ ਹੈ। ਪਰ ਇੱਕ ਦੇਖੋ ਭਗਵਾਨ ਰਾਮ ਦਾ ਜਿਹੜਾ ਜਸ ਆ ਉਹ ਪਵਿੱਤਰ ਸਰੂਪ ਹੈ, ਤੇ ਰਾਵਣ ਨੂੰ ਕੀ ਕਿਹਾ? ਮੂਰਖ।
ਜਾਣਦੇ ਸਾਰੇ ਉਨੇ ਹੀ। ਜਿੱਥੇ ਭਗਵਾਨ ਰਾਮ ਨੂੰ ਜਾਣਿਆ ਜਾਂਦਾ ਉੱਥੇ ਰਾਵਣ ਨੂੰ ਵੀ ਸਭ ਜਾਣਦੇ ਹੈਗਾ। ਇਸੇ ਤਰ੍ਹਾਂ ਜਸ ਤਾਂ ਹੋ ਜਾਂਦਾ। ਉਹ ਕਈ ਹੈ ਸੰਸਾਰ ਦੇ ਵਿੱਚ ਹੁੰਦਾ, ਆਮ ਆਪਾਂ ਕਈ ਵੇਖਦੇ ਆ ਕਿ ਉਹ ਫਿਰ ਗਲਤ ਕੰਮ ਕਰਦੇ। ਥੋੜਾ ਸਮਾਂ ਹੋਇਆ ਇੱਕ ਵਿਅਕਤੀ ਫੜਿਆ, ਉਹ ਵਿਦੇਸ਼ ਸੀ ਸ਼ਾਇਦ, ਕਿਤੇ ਦੇਸ਼ ਹੋਰ 'ਚ, ਉਹ ਕਤਲ ਕਰ ਦਿੰਦਾ ਸੀ ਥੋੜੇ ਸਮੇਂ ਬਾਅਦ ਕਿਸੇ ਨਾ ਕਿਸੇ ਨੂੰ। ਤੇ ਜਦੋਂ ਸਾਰੀ ਗੱਲ ਰਿਪੋਰਟ ਵੀ ਮਾਰਦਾ ਕਿਉਂ ਹੈ, ਇਹਦਾ ਹੀ ਨਾਂ ਚਮਕਾਉਣਾ। ਇੱਕ ਨੇ ਹੁਣ ਇੱਕ ਬੰਦਗੀ ਕਰਕੇ, ਇੱਕ ਨੇ ਗਲਤ ਕੰਮ ਕਰਕੇ। ਦੁਨੀਆ ਹੁਣ ਜਿਵੇਂ ਨਾਂ ਹੁਣ ਸੰਸਾਰ ਦੇ ਉੱਤੇ ਫਲਾਨਾ ਗੈਂਗਸਟਰ ਬਣ ਗਿਆ, ਅੱਗੇ ਹੁੰਦਾ ਜਾਂ ਡਾਕੂ ਦਾ, ਹੁਣ ਨਾਂ ਤਾਂ ਉਹਨਾਂ ਦੇ ਵੀ ਹੁੰਦੇ ਸੀ, ਡਰ ਵੀ ਸੀ ਦੁਨੀਆ ਨੂੰ, ਪਰ ਉਹ ਮਲੀਨ ਸੀ। ਉਹ ਜਿਹੜਾ ਜਸ ਆ ਉਹ ਪਵਿੱਤਰ ਨਹੀਂ ਸੀ। ਇੱਕ ਜਸ ਬੰਦਗੀ ਵਾਲੇ ਦਾ, ਪਰਮੇਸ਼ਰ ਦਾ ਨਾਮ ਜਪਣ ਲੱਗ ਗਿਆ, ਉਹਦਾ ਜਸ ਦੁਨੀਆ ਤੇ ਫੈਲਦਾ, ਉਹ ਜਸ ਪਵਿੱਤਰ ਹੈ। ਤੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਸਰਿਓ ਜਸ ਦਸ ਦਿਸਨ ਮੈਂ ਸਦਰਸ ਸੁਮਨ ਸੋ ਸੇਤ। ਇਸ ਤਰ੍ਹਾਂ ਚਿੱਟੇ ਫੁੱਲਾਂ ਦੇ ਵਾਂਗ, ਸਦਰਸ ਦਾ ਭਾਵ ਹੈ ਵਾਂਗੂ, ਉਸ ਤਰ੍ਹਾਂ ਸਤਿਗੁਰੂ ਦਾ ਜਸ ਸਾਰੇ ਫੈਲਿਆ ਹੈ। ਅਜਮਤ ਜੁਤ ਜੀਤੇ ਜਗਤ, ਸ੍ਰੀ ਨਾਨਕ ਸੁਖ ਦੇਤ। ਜਿਨ੍ਹਾਂ ਨੇ ਆਪਣੀ ਅਜਮਤ ਦੇ ਨਾਲ ਸਾਰੇ ਜਗਤ ਨੂੰ ਹੀ ਜਿੱਤ ਲਿਆ, ਐਸੇ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸਭ ਨੂੰ ਸੁਖ ਦੇਣ ਵਾਲੇ ਹਨ। ਅਜਰ ਜਰਨ ਧੀਰਜ ਧਰਨ, ਧਰਨ ਮਨਿੰਦ ਅਮੰਦ। ਫਿਰ ਅੱਗੇ ਦੂਜੇ ਪਾਤਸ਼ਾਹ ਦਾ ਮੰਗਲ, ਜੋ ਅਜਰ ਵਸਤੂ ਨੂੰ ਜਰਨ ਵਾਲੇ। ਅਜਰ ਜਰਨ ਧੀਰਜ ਧਰਨ, ਧੀਰਜ ਨੂੰ ਧਾਰਨ ਵਾਲੇ, ਧਰਨ ਮਨਿੰਦ ਅਮੰਦ। ਤੇ ਜਿਵੇਂ ਧਰਤੀ ਧੀਰਜ ਨੂੰ ਧਾਰਦੀ ਹੈ, ਇਉਂ ਮਹਾਨ ਵੱਡਾ ਧੀਰਜ ਧਰਨ ਵਾਲੇ ਹੈ ਗੁਰੂ ਪਾਤਸ਼ਾਹ ਜੀ। ਮਨਿੰਦ ਅਮੰਦ, ਮੰਦ ਹੁੰਦਾ ਹੈ ਮਲੀਨ ਦਾ, ਆੜਾ ਲੱਗ ਗਿਆ, ਮਲੀਨ ਤੋਂ ਉਲਟ ਹੋ ਗਿਆ ਪਵਿੱਤਰ। ਇਸ ਤਰ੍ਹਾਂ ਭਾਈ ਜੋ ਪਵਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਰੂਪ ਵਾਲੇ ਹਨ, ਜਸ ਸੋਭਾ ਵਾਲੇ ਹਨ। ਸ੍ਰੀ ਅੰਗਦ ਪਦ ਪਦਮ ਕੋ ਨਮਹਿ ਮੁਕੰਦ ਆਨੰਦ। ਤੋ ਐਸੇ ਪਦ ਪਦਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹੈ, ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦੇ, ਉਹਨਾਂ ਤੇ ਨਮਹਿ ਮੁਕੰਦ ਆਨੰਦ, ਜੋ ਮੁਕਤੀ ਦੇ ਦਾਤੇ ਆਨੰਦ ਦੇਣ ਵਾਲੇ ਹਨ। ਸੰਤਰੇਣ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਹੈ। ਭਾਨ ਸਮਾਨ ਸੋ ਗਿਆਨ ਦ੍ਰਿੜ, ਹਾਨ ਤਿਮਰ ਅਗਿਆਨ। ਤੀਜੇ ਪਾਤਸ਼ਾਹ ਭਾਨ ਸਮਾਨ, ਭਾਨ ਨਾਮ ਸੂਰਜ ਦਾ ਹੈ, ਭਾਨ ਤੇ ਮਾਰਤੰਡ ਵੀ ਸੂਰਜ ਨੂੰ ਕਹਿੰਦੇ ਆ, ਭਾਨ ਵੀ ਸੂਰਜ ਨੂੰ। ਭਾਨ ਸਮਾਨ ਸੂਰਜ ਵਾਂਗ, ਸੋ ਗਿਆਨ ਦ੍ਰਿੜ, ਜਿਵੇਂ ਸੂਰਜ ਦਾ ਪ੍ਰਕਾਸ਼ ਸਾਰੇ, ਇਸ ਤਰ੍ਹਾਂ ਜੋ ਗਿਆਨ ਨੂੰ ਦ੍ਰਿੜ ਕਰਨ ਵਾਲੇ ਜਾਂ ਗਿਆਨ ਨੂੰ ਦ੍ਰਿੜ ਕਰਵਾਉਣ ਵਾਲੇ। ਹਾਨ ਤਿਮਰ ਅਗਿਆਨ, ਤਿਮਰ ਨਾਮ ਹਨੇਰੇ ਦਾ ਹੈ, ਜਿਵੇਂ ਸੂਰਜ ਹਨੇਰੇ ਨੂੰ ਨਾਸ਼ ਕਰ ਦਿੰਦਾ ਹੈ, ਇਉਂ ਗਿਆਨ ਦ੍ਰਿੜ ਕਰਵਾ ਕੇ ਅਗਿਆਨ ਰੂਪੀ ਹਨੇਰੇ ਨੂੰ ਨਾਸ਼ ਕਰਨ ਵਾਲੇ। ਆਜਮਤ ਦਾਨੀ ਅਨਕ ਕੋ, ਸ੍ਰੀ ਗੁਰ ਅਮਰ ਸੁਜਾਨ। ਆਜਮਤ ਦਾਨੀ ਅਨਕ ਕੋ, ਅਨੇਕਾਂ ਨੂੰ ਹੀ ਕਰਾਮਾਤਾਂ ਦੀਆਂ ਦਾਤਾਂ ਦੇਣ ਵਾਲੇ। ਕਿੰਨੀਆਂ 22 ਮੰਜੀਆਂ ਸਥਾਪਿਤ ਕੀਤੀਆਂ ਤੇ ਉਹਨਾਂ ਨੂੰ ਕਰਾਮਾਤਾਂ ਬਖਸ਼ ਕੇ ਬਿਠਾਇਆ। ਇਸ ਤਰ੍ਹਾਂ ਅਨੇਕਾਂ ਨੂੰ ਹੀ ਅਜਮਤਾਂ ਦੇਣ ਵਾਲੇ ਸ੍ਰੀ ਗੁਰੂ
ਅਮਰਦਾਸ ਜੀ ਮਹਾਰਾਜ ਜੋ ਮਹਾਨ ਸੁਜਾਨ ਚਤਰ ਹਨ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਸੋਢੀ ਕੁਲ ਸਮ ਗਗਨ ਕੇ ਬਿਦਤੇ ਭਾਨ ਮਨਿੰਦ। ਫਿਰ ਭਾਈ ਸੋਢੀ ਕੁਲ ਦੇ ਵਿੱਚ ਸਮ ਗਗਨ ਕੇ, ਜਿਵੇਂ ਸਾਰੇ ਆਕਾਸ਼ ਜਿੱਥੇ ਵੀ ਚਲੇ ਜਾਓ ਉੱਥੇ ਹੀ ਹੈ, ਇਸੇ ਤਰ੍ਹਾਂ ਆਕਾਸ਼ ਵਾਂਗੂ ਪ੍ਰਗਟ ਭਾਨ ਸਾਰੇ ਸੋਢ ਕੁਲ ਰੂਪੀ ਆਕਾਸ਼ ਦੇ ਵਿੱਚ, ਜਿਵੇਂ ਸੂਰਜ ਫਿਰ ਉਦੋਂ ਵੀ ਵੱਖਰਾ ਦਿੰਦਾ ਆਕਾਸ਼ 'ਚ, ਆਕਾਸ਼ ਦੇ ਵਿੱਚ ਸੂਰਜ ਦੇ ਵਾਂਗ ਹਨ। ਰਾਮਦਾਸ ਸ੍ਰੀ ਸਤਿਗੁਰੂ ਬੰਦੋਂ ਪਦ ਅਰਬਿੰਦ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਚੌਥੇ ਪਾਤਸ਼ਾਹ, ਉਹਨਾਂ ਦੇ ਚਰਨ ਕਮਲਾਂ ਤੇ ਬੰਦਨਾ ਕਰਦਾ ਹਾਂ। ਦਾਸਨ ਕੀ ਫਾਸਨ ਕਟੈ ਉਪਦੇਸਤ ਸਤਨਾਮ। ਆਪਣਿਆਂ ਦਾਸਾਂ ਦੀ ਫਾਹੀਆਂ ਨੂੰ ਕੱਟਣ ਵਾਲੇ, ਸੱਚੇ ਨਾਮ ਦਾ ਉਪਦੇਸ਼ ਦੇਣ ਵਾਲੇ ਸ੍ਰੀ ਅਰਜਨ ਬਰਜਨ ਕੁਮਤ ਤਿਨ ਪਦ ਪਦਮ ਪ੍ਰਣਾਮ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਰਜਨ ਕੁਮਤ, ਭੈੜੀ ਮੱਤ ਨੂੰ ਵਰਜਣ ਵਾਲੇ, ਭੈੜੀ ਮੱਤ ਨੂੰ ਰੋਕਣ ਵਾਲੇ, ਉਹਨਾਂ ਦੇ ਵੀ ਪਦ ਪਦਮ ਚਰਨ ਕਮਲਾਂ ਪਰ ਪ੍ਰਣਾਮ ਕਰਦਾ ਹਾਂ। ਜੋਦਾ ਕ੍ਰੁੱਧਤ ਜੁਧ ਮਹਿ ਹਿਰਦੇ ਬਸਤ ਬ੍ਰਹਮ ਗਿਆਨ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੋ ਮਹਾਨ ਯੋਧੇ ਹੈ ਤੇ ਯੁੱਧ ਦੇ ਵਿੱਚ ਪੂਰੇ ਕ੍ਰੋਧਿਤ ਹੋ ਕੇ ਜਾਂਦੇ ਹੈ, ਪੂਰੇ ਕ੍ਰੋਧਿਤ ਪੂਰੇ ਰੋਸ ਵਿੱਚ ਹੋਣ ਵਾਲੇ, ਹਿਰਦੇ ਬਸਤ ਬ੍ਰਹਮ ਗਿਆਨ, ਪਰ ਹਿਰਦੇ ਵਿੱਚ ਜਿਨ੍ਹਾਂ ਦੇ ਬ੍ਰਹਮ ਗਿਆਨ ਵਸਦਾ ਹੈ। ਸ੍ਰੀ ਗੁਰ ਹਰਿ ਗੋਬਿੰਦ ਪਦ ਬੰਦਨ ਸਿਰ ਤੇ ਠਾਨ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਲਕ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਸੰਤ ਰੇਣ ਜੀ ਕਹਿੰਦੇ ਮੇਰੀ ਬੰਦਨਾ ਹੈ। ਕਰੇ ਰੰਕ ਰਾਜਾ ਅਦਕ ਅਬ ਲੋ ਬਿਦਤ ਪ੍ਰਤਾਪ। ਇਹ ਸਤਵੇਂ ਪਾਤਸ਼ਾਹ ਕਰੇ ਰੰਕ ਰਾਜਾ ਅਦਕ, ਜਿਨ੍ਹਾਂ ਨੇ ਅਨੇਕਾਂ ਹੀ ਰੰਕਾਂ ਨੂੰ ਰਾਜੇ ਬਣਾਤਾ। ਆਵਲੋ ਬਿਦਤ ਪ੍ਰਤਾਪ, ਤੇ ਉਹਨਾਂ ਰਾਜਿਆਂ ਦਾ ਹੁਣ ਤੱਕ ਪ੍ਰਤਾਪ ਪ੍ਰਗਟ ਹੈ। ਸ੍ਰੀ ਸਤਿਗੁਰ ਹਰ ਰਾਏ ਜੀ ਹਰਤਾ ਪਾਪ ਕਲਾਪ। ਐਸੇ ਸ੍ਰੀ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਜਿਹੜੇ ਪਾਪਾਂ ਕਲਾਪਾਂ ਨੂੰ, ਕਲਹਿ ਕਲੇਸ਼ਾਂ ਨੂੰ ਨਾਸ਼ ਕਰਨ ਵਾਲੇ ਨੇ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰਥ ਸ੍ਰੀ ਗੁਰਦੇਵ। ਅੱਠਵੇਂ ਪਾਤਸ਼ਾਹ ਜੋ ਬਾਲ ਬੈਸ, ਜਿਹੜੀ ਉਮਰ ਹੈ ਉਹ ਭਾਵੇਂ ਬਾਲਕ ਰੂਪ ਵਿੱਚ ਹੈ, ਬ੍ਰਿਧ ਗਿਆਨ ਮਹਿ, ਪਰ ਗਿਆਨ ਦੇ ਵਿੱਚ ਬ੍ਰਿਧ ਵਾਂਗ ਹੈ, ਭਾਵ ਬਹੁਤ ਮਹਾਨ ਨੇ। ਐਸੇ ਸਮਰੱਥ ਸ੍ਰੀ ਗੁਰਦੇਵ, ਸ੍ਰੀ ਗੁਰੂ ਮਹਾਰਾਜ ਗੁਰਦੇਵ ਸ੍ਰੀ ਹਰਿਕ੍ਰਿਸ਼ਨ ਜੀ ਪਦ ਅਰਬਿੰਦਨ ਬੰਦਨਾ ਮੁਕਤ ਪਾਏ ਜਨ ਸੇਵ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਪਰ ਬੰਦਨਾ ਕਰਦਾ ਹਾਂ, ਜਿਨ੍ਹਾਂ ਦੀ ਸੇਵਾ ਕੀਤਿਆਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸੇਵਾ ਕਰੀਏ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਹਿੰਦ ਧਰਮ ਤਰ ਮੂਲ ਕੋ ਰਾਖਿਓ ਧਰਨ ਮਝਾਰ। ਫਿਰ ਭਾਈ ਨਾਵੇਂ ਪਾਤਸ਼ਾਹ ਜੀ ਜਿਨ੍ਹਾਂ ਨੇ ਹਿੰਦ ਧਰਮ, ਹਿੰਦ ਵਾਸੀ ਹਿੰਦੂਆਂ ਦਾ ਧਰਮ ਤਰ ਮੂਲ ਕੋ, ਹਿੰਦ ਧਰਮ ਰੂਪੀ ਦਰਖਤ ਦੀ ਜੜ ਨੂੰ ਰਾਖਿਓ ਧਰਨ ਮਝਾਰ, ਧਰਤੀ ਦੇ ਵਿੱਚ ਹੀ ਰੱਖਿਆ, ਭਾਵੇਂ ਜੜ ਪੁੱਟਣ ਨਹੀਂ ਦਿੱਤੀ। ਔਰੰਗਜ਼ੇਬ ਪੁੱਟਣਾ ਚਾਹੁੰਦਾ ਸੀ, ਮਹਾਰਾਜ ਨੇ ਪੁੱਟਣ ਨਹੀਂ ਦਿੱਤੀ ਜੜ।
ਤੇਗ ਬਹਾਦਰ ਸਤਿਗੁਰੂ ਪਾਵਨ ਪਦਨ ਜੋਹਾਰ। ਐਸੇ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਬਲਾਂ ਪਰ ਜੋਹਾਰ ਕਹੀਏ ਨਮਸਕਾਰ ਹੈ। ਸਦਾ ਸੁਛੰਦ ਆਨੰਦ ਮੈਂ ਦਾਸਨ ਬ੍ਰਿੰਦ ਮੁਕੰਦ। ਦਸਵੇਂ ਪਾਤਸ਼ਾਹ ਸਦਾ ਸੁਛੰਦ ਆਨੰਦ ਮੈਂ, ਜਿਹੜੇ ਹਮੇਸ਼ਾ ਹੀ ਸਦਾ ਹੀ ਸੁਛੰਦ ਕਹੀਏ ਆਪਣੀ ਸਵੈ ਇੱਛਾ ਦੇ ਮੁਤਾਬਕ ਹਨ ਔਰ ਆਨੰਦ ਵਿੱਚ ਨੇ, ਆਨੰਦਮਈ ਹਨ। ਦਾਸਨ ਬ੍ਰਿੰਦ ਮੁਕੰਦ, ਬੇਅੰਤ ਦਾਸਾਂ ਨੂੰ ਮੁਕਤੀ ਦੇਣ ਵਾਲੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੰਦੋ ਜੋਗ ਕਰ ਬੰਦ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੂੰ ਦੋਵੇਂ ਹੱਥ ਜੋੜ ਕਰਕੇ ਬੰਦਨਾ ਕਰਦਾ ਹਾਂ। ਕਹਿਓ ਪ੍ਰੇਮ ਹਰ ਪ੍ਰੇਮ ਸੋ ਪੰਚ ਮਹਿਲ ਦਰਸਾਏ। ਹੁਣ ਕਥਾ ਆਰੰਭ ਕਰਦੇ ਅੱਗੇ। ਕਈ ਵਾਰ ਐਸਾ ਹੁੰਦਾ ਹੈ ਵੀ ਕੋਈ ਸੁਣਨ ਵਾਲਾ ਕਹਿ ਸਕਦਾ ਹੈ ਕਿ ਕਵੀ ਜੀ ਨੇ ਜਿੱਥੇ ਵੀ ਮੰਗਲ ਆਪਣੇ ਵੱਲੋਂ ਕੀਤਾ 10 ਪਾਤਸ਼ਾਹੀਆਂ ਦਾ ਕੀਤਾ ਹੈ, ਅਕਾਲ ਪੁਰਖ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ। ਭਾਈ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਰੂਪ ਹੈ, ਅਕਾਲ ਰੂਪ। ਉਹਨਾਂ ਨੇ ਸਾਰੀ ਗੱਲ ਦੇਖੋ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਾਏ, ਕਿਵੇਂ ਹੋਇਆ। ਤੋ ਇਸ ਕਰਕੇ ਸੰਤ ਰੇਣ ਜੀ ਜਦੋਂ ਅਕਾਲ ਪੁਰਖ ਦਾ ਹੀ ਮੰਗਲ ਕਰ ਦਿੰਦੇ ਨੇ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਕਰਦੇ ਆ ਮੰਗਲ, ਫਿਰ 10 ਪਾਤਸ਼ਾਹੀਆਂ ਦਾ। ਕਿਉਂਕਿ ਆਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰੋ ਤਾਂ ਜਿਲਦ ਦੇ ਉੱਪਰ ਲਿਖਿਆ ਹੁੰਦਾ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੂਰੇ ਆਦ ਸ਼ਬਦ ਹੈ। ਇਹ ਆਦ ਜਾਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਅੱਗੇ ਲੱਗਿਆ, ਭਾਵ ਜੋ ਆਦ ਤੋਂ ਹੀ ਗੁਰੂ ਹੈ। ਆਪਾਂ ਇਤਿਹਾਸ ਦੇ ਮੁਤਾਬਕ ਸਭ ਜਾਣਦੇ ਹਾਂ ਕਿ 10ਵੇਂ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਬਖਸ਼ੀ, ਪਰ ਉਹ ਇੱਕ ਮਰਜ਼ਾਦਾ ਨੂੰ ਪੂਰਾ ਕੀਤਾ ਜੋ ਗੁਰਤਾ ਤੇ। ਜਦੋਂ ਆਪਾਂ ਪੰਚਮ ਪਾਤਸ਼ਾਹ ਮਹਾਰਾਜ ਦਾ ਜੀਵਨ ਪ੍ਰਸੰਗ ਪੜ੍ਹਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ 5ਵੇਂ ਪਾਤਸ਼ਾਹ ਜੀ ਆਪ ਨੀਵੇਂ ਹੋ ਕੇ ਹੀ ਬੈਠਦੇ ਰਹੇ। ਇਹਦਾ ਮਤਲਬ ਗੁਰੂ ਸਾਹਿਬ ਨੂੰ ਉੱਚਤਾ ਪਹਿਲਾਂ ਹੀ ਦਿੱਤੀ ਨਾ। ਕਿਉਂ? ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿਤਾ ਕਿ ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਸ਼ਬਦ ਦਾ ਭਾਵ ਕੀ ਹੁੰਦਾ ਹੈ? ਸ਼ਬਦ ਹੁਣ ਆਪਾਂ ਕਹਿੰਦੇ ਵੀ ਆ ਜਿਹੜਾ ਮੂੰਹੋਂ ਵੀ ਤੇਰੇ ਸ਼ਬਦ ਨਹੀਂ ਵੀ ਚੰਗੇ, ਭਾਂ ਬੋਲ, ਸ਼ਬਦ ਕਹਿ ਲੋ ਬੋਲ। ਫਿਰ ਆਪਾਂ ਕਹਿੰਦੇ ਗੁਰਬਾਣੀ ਦੇ ਸ਼ਬਦ, ਫਿਰ ਕੋਈ ਲਾਈਨਾਂ 4 ਲਿਖੀਆਂ ਹੋਣਾ, ਕੀ ਸ਼ਬਦ ਲਿਖੇ ਹੈ, ਉਹ ਵੀ ਸ਼ਬਦ ਆ ਗਿਆ। ਫਿਰ ਸ਼ਬਦ ਸਾ ਦੇ ਨਾਲ ਹੀ ਹੁਣ ਪਾਠੀ ਬਹੁਤ ਜਿਹੜੇ ਆ ਉਹ ਪਾਠ ਕਰਦੇ ਆ, ਸੰਪਰਦਾ ਵਿੱਚ ਨਹੀਂ ਛਾਲ ਵਾਇਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਾਠ ਕਰੀਏ ਸ਼ਬਦ ਨਹੀਂ ਉਚਾਰਨ ਕਰਵਾਉਂਦੇ, ਸ਼ਬਦ ਹੀ ਕਰਾਉਂਦੇ ਆ। ਤੇ ਇਹ ਜਿਹੜਾ ਹੈ ਪੰਜਾਬੀ ਪਾਲੀ ਭਾਸ਼ਾ ਜਿਵੇਂ ਗੁਰਮੁਖੀ ਹੈ, ਜਦੋਂ ਤੁਸੀਂ ਕਦੇ ਇਧਰ ਬਿਹਾਰ ਵਾਲਿਆਂ ਨੂੰ ਬੋਲਦੇ ਵੇਖੋ ਨਾ, ਹਿੰਦੀ ਕੋਈ ਆ ਲੀਡਰ ਜਿਹੜੇ ਵੱਡੇ ਪੜ੍ਹੇ ਲਿਖੇ ਬਹੁਤ, ਕਦੇ ਵੀ ਤੁਸੀਂ ਉਹਨਾਂ ਦੀ ਜਾਂ ਯੂਪੀ ਵਾਲਿਆਂ ਦੀ ਬੋਲੀ ਸੁਣੋ, ਜੇ ਹਿੰਦੀ 'ਚ ਵੀ ਬੋਲਦੇ ਆ ਉਹ ਸਿਰਫ ਸਾ ਤੇ ਛਾ ਦੋ ਹੀ ਵਰਤਦੇ ਆ, ਜਿਹੜਾ ਵਿਚਾਲੇ ਵਾਲਾ ਬਿੰਦੀ ਵਾਲਾ ਇਹਨੂੰ ਵਰਤਦੇ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਾਂ ਤੇ ਸੱਸਾ ਮਿਲੂ ਜਾਂ ਛੱਛਾ, ਤੇ ਬਿੰਦੀ ਲਾਈ ਨਹੀਂ ਹੈ। ਹੁਣ ਆਮ ਸੁਭਾਅ ਆਪਣਾ, ਕਿਉਂਕਿ ਆਮ ਆਪਾਂ ਜ਼ਿੰਦਗੀ ਭਾਸ਼ਾ ਵਿੱਚ ਸ਼ਬਦ ਕਹਿ ਦਿੰਦੇ ਆ ਸ਼ਾ ਨਾਲ। ਜਦੋਂ ਅੱਗੇ ਪ੍ਰਾਇਮਰੀ ਸਕੂਲ 'ਚ ਟੀਚਰ ਪੜ੍ਹਾਉਂਦੇ ਹੁੰਦੇ ਸੀ, ਉੱਚੀ ਉੱਚੀ ਉਹਨੇ ਕਹਿਣਾ ਸੱਸੇ ਪੈਰ ਬਿੰਦੀ ਸ਼ਾ ਬੋਲੇ। ਉਹ ਹੁਣ ਤਾਂ ਸਮਾਂ ਹੀ ਹੈ ਨਹੀਂ। ਚਲੋ ਉਹ ਭਾਵ ਹੈ ਕਿ ਸਾਡਾ ਸੁਭਾਅ ਬਣਿਆ। ਫਿਰ ਅਸੀਂ ਬਾਣੀ ਜਦੋਂ ਪੜ੍ਹਦੇ ਹਾਂ ਉੱਥੇ ਵੀ ਆਮ ਤੌਰ ਤੇ
ਜਿੱਥੇ ਵੀ ਸੱਸਾ ਬੱਬਾ ਦੱਦਾ ਲਿਖਿਆ ਆ ਗਿਆ ਉਹਨੂੰ ਸ਼ਬਦ ਪੜ੍ਹਦੇ ਨੇ, ਪਰ ਸੰਪਰਦਾ ਦੇ ਵਿੱਚ ਬਿੰਦੀ ਨਾਲ ਉਚਾਰਨ ਨਹੀਂ ਕਰਾਇਆ ਜਾਂਦਾ, ਸ਼ਬਦ ਹੀ ਕਰਾਇਆ ਜਾਂਦਾ ਹੈ। ਸ਼ਬਦ ਦਾ ਭਾਵ ਕੀ ਹੈ? ਬ੍ਰਹਮ। ਕਿ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ, ਇਹ ਬ੍ਰਹਮ ਹੀ ਗੁਰੂ ਹੈ, ਬ੍ਰਹਮ ਸਰੂਪ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਫੇਰ ਦੇਖੋ ਚੌਥੇ ਪਾਤਸ਼ਾਹ ਮਹਾਰਾਜ ਨੇ ਕਹਿਤਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਮਹਾਰਾਜ ਨੇ ਕਹਿਤਾ ਵਾਹ ਵਾਹ ਬਾਣੀ ਨਿਰੰਕਾਰ ਹੈ। ਤੋ ਇਸ ਕਰਕੇ ਸੰਤ ਰੇਣ ਜੀ ਨੇ ਜਦੋਂ ਨਿਰੰਕਾਰ ਦਾ ਆਦ ਪਰਮੇਸ਼ਰ ਦਾ ਮੰਗਲ ਕਰ ਦਿੱਤਾ, ਤਾਂ ਆਦ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਹੋ ਗਿਆ। ਸ਼ਬਦ ਬ੍ਰਹਮ ਸਰੂਪ ਹੈ ਸਤਿਗੁਰੂ। ਇਸ ਕਰਕੇ 10ਵੇਂ ਪਾਤਸ਼ਾਹ ਤੱਕ ਮੰਗਲ ਕਰਨ ਤੋਂ ਬਾਅਦ ਕਹਿਓ ਪ੍ਰੇਮ ਹਰ ਪ੍ਰੇਮ ਸੋ, ਪੰਚ ਮਹਿਲ ਦਰਸਾਏ। ਕਹਿਓ ਪ੍ਰੇਮ ਹਰ ਪ੍ਰੇਮ ਸੋ। ਹੁਣੇ ਆਪ ਜੀ ਨੂੰ ਪਤਾ ਹੈ ਕਿ ਸੰਤ ਰੇਣ ਪ੍ਰੇਮ ਸਿੰਘ ਜੀ ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ਼, ਤੇ ਇਹਨਾਂ ਦੇ ਹੀ ਗੁਰ ਭਾਈ, ਉਮਰ ਵਿੱਚ ਉਹ ਛੋਟੇ ਸਨ, ਬਾਬਾ ਪ੍ਰੇਮ ਸਿੰਘ ਜੀ ਬੇਦੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਸ਼ ਬੰਸ਼। ਤੋ ਇਹ ਦੋਵੇਂ ਗੁਰ ਭਾਈ ਸੀ, ਭਾਵ ਇੱਕ ਵਿਦਿਆ ਗੁਰੂ ਇਹਨਾਂ ਦਾ ਇੱਕੋ ਹੀ ਸੀ। ਉਹ ਸਨ ਸੰਤ ਅਮੀਰ ਸਿੰਘ ਜੀ ਸੱਤੋ ਗਲੀ ਅੰਮ੍ਰਿਤਸਰ, ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਦੇ ਮੁਖੀ ਉਸ ਸਮੇਂ ਦੇ। ਬਹੁਤ ਵਿਦਵਾਨ ਹੋਏ, ਬਹੁਤ ਉਹਨਾਂ ਨੇ, ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜੋ ਬਾਬਾ ਦੀਪ ਸਿੰਘ ਜੀ ਵਾਲੀ ਟਕਸਾਲ ਵਿਦਿਆ ਪੜ੍ਹਾਈ, ਦੂਰ ਦੂਰ ਤੱਕ ਪ੍ਰਚਾਰ ਕੀਤਾ। ਇਸੇ ਤਰ੍ਹਾਂ ਹੀ ਭਾਈ ਮਨੀ ਸਿੰਘ ਜੀ ਦੀ ਵੀ ਟਕਸਾਲ ਚੱਲੀ। ਉਹ ਅੰਮ੍ਰਿਤਸਰ ਸੱਤੋ ਗਲੀ ਅਸਥਾਨ ਡੇਰਾ, ਉਸ ਸਮੇਂ ਸੰਤ ਅਮੀਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਕੀਤੇ, ਤੇ ਉਹਨਾਂ ਤੋਂ ਬਾਅਦ ਫਿਰ ਜਿਹੜੇ ਗੱਦੀ ਨਸ਼ੀਨ ਹੋਏ ਸੰਤ ਗਿਆਨੀ ਕਿਰਪਾਲ ਸਿੰਘ ਜੀ, ਉਹਨਾਂ ਨੇ ਉਹ ਸਾਰਾ ਸਟੀਕ 10 ਭਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਛਪਵਾਇਆ, ਤੇ ਬਹੁਤ ਪ੍ਰਚਲਿਤ ਹੋਇਆ, ਹੁਣ ਵੀ ਹੈ। ਬਹੁਤ ਪ੍ਰੇਮ ਅਨੁਭਵੀ ਅਰਥ, ਤੇ ਉਸ ਨਾਲ ਉਹ ਫਿਰ ਚੜ੍ਹਾਈ ਕਰ ਗਏ। ਉਹਨਾਂ ਤੋਂ ਬਾਅਦ ਹੋਰ ਗੁਰਮੁਖ ਪਿਆਰੇ, ਹੁਣ ਤਾਂ ਅੱਗੇ ਦੂਜੇ ਤੀਜੀ ਹੋਰ ਜਗ੍ਹਾ ਹੈ। ਕਹਿਣ ਦਾ ਭਾਵ ਹੈ ਕਿ ਅੰਮ੍ਰਿਤਸਰ, ਜਿਵੇਂ ਦਮਦਮੀ ਟਕਸਾਲ ਦਮਦਮਾ ਸਾਹਿਬ ਤੋਂ ਹੀ ਬਾਬਾ ਦੀਪ ਸਿੰਘ ਜੀ ਤੋਂ, ਇਸੇ ਤਰ੍ਹਾਂ ਅੰਮ੍ਰਿਤਸਰ ਵਾਲੀ ਟਕਸਾਲ, ਤੇ ਇਹ ਗਿਆਨੀ ਮਨੀ ਸਿੰਘ ਜੀ ਉਹਨਾਂ ਤੋਂ ਚੱਲੀ ਹੈ। ਤੇ ਉਸ ਸਮੇਂ ਜਦੋਂ ਸੰਤ ਅਮੀਰ ਸਿੰਘ ਜੀ ਮੁਖੀ ਸਨ, ਉਹ ਬਹੁਤ ਵਿਦਵਾਨ ਸੀ ਤੇ ਆਤਮਦਰਸ਼ੀ ਵੀ ਸਨ, ਬ੍ਰਹਮ ਗਿਆਨੀ। ਉਹਨਾਂ ਕੋਲ ਵਿਦਿਆ ਪੜ੍ਹੀ। ਸੰਤ ਰੇਣ ਪ੍ਰੇਮ ਸਿੰਘ ਜੀ ਤੇ ਬਾਬਾ ਪ੍ਰੇਮ ਸਿੰਘ ਜੀ ਬੇਦੀ, ਇਹਨਾਂ ਦੇ ਵਿਦਿਆ ਗੁਰੂ ਸੰਤ ਅਮੀਰ ਸਿੰਘ ਜੀ। ਇਸ ਕਰਕੇ ਫਿਰ ਜਦੋਂ ਇੱਕ ਗੁਰੂ ਕੋਲੋਂ ਵਿਦਿਆ ਪੜ੍ਹੀ ਤਾਂ ਦੋਵੇਂ ਗੁਰ ਭਾਈ ਬਣ ਗਏ। ਉਹ ਫਿਰ ਜਦੋਂ ਉਹਨਾਂ ਨੇ ਕਿਹਾ ਸੀ ਨਾ, ਇਹ ਕਥਾ ਤੁਸੀਂ ਸੁਣਦੇ ਆ ਰਹੇ ਹੋ, ਯਾਦ ਹੋਵੇਗਾ ਕਿ ਸੰਤ ਰੇਣ ਪ੍ਰੇਮ ਸਿੰਘ ਜੀ ਨੂੰ ਕਹਿਣ ਲੱਗੇ ਬਾਬਾ ਪ੍ਰੇਮ ਸਿੰਘ ਬੇਦੀ ਵੀ, ਇਹ ਸੰਤ ਰੇਣ ਪ੍ਰੇਮ ਸਿੰਘ, ਤੂੰ ਮੇਰਾ ਗੁਰ ਭਾਈ ਵੀ ਹੈ ਵੱਡਾ, ਤੇ ਵਿਦਵਾਨ ਵੀ ਬਹੁਤ ਹੈ। ਦੇਖੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਸੱਦ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਸਾਖੀ ਲਿਖਵਾਈ, ਤੇ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸੋਂ। ਜੋ ਭਾਈ ਸੰਤੋਖ ਸਿੰਘ ਜੀ ਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ, ਉਹ ਲਮੇਰਾ ਹੈ ਤੇ ਬ੍ਰਿਜ ਭਾਸ਼ਾ ਹੋਣ ਕਰਕੇ ਹਰ ਇੱਕ ਦੇ ਥੋੜਾ ਜਿਹਾ ਉਹਨੂੰ, ਜਿੰਨਾ ਟਾਈਮ ਕਿਸੇ ਗੁਰਮੁਖਾਂ ਕੋਲੇ ਪੜਿਆ ਨਾ ਜਾਵੇ 2-4 ਵਾਰੀ ਗੱਲ ਬਣਦੀ ਨਹੀਂ।
ਇਸ ਕਰਕੇ ਵੀ ਬਹੁਤ ਵੱਡ ਆਕਾਰੀ ਹੈ। ਤੇ ਤੁਸੀਂ ਕਿਰਪਾ ਕਰਕੇ ਥੋੜਾ ਸੰਖੇਪ ਔਰ ਸਰਲ ਇਤਿਹਾਸ ਲਿਖ ਦਿਓ। ਤਾਂ ਫਿਰ ਬਾਬਾ ਵਿਨੋਦ ਸਿੰਘ ਜੀ ਹੋਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤਾਂ 5 ਪਿਆਰਿਆਂ ਦੀ ਅਗਵਾਈ 'ਚ ਤੋਰਿਆ ਕਿ ਆਹ 5 ਪਿਆਰੇ ਨੇ, ਜਿਨ੍ਹਾਂ ਦੇ ਵਿੱਚ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ। ਬਾਬਾ ਵਿਨੋਦ ਸਿੰਘ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ਼ ਵੰਸ਼ ਸਨ ਤੇ ਉਸ ਸਮੇਂ ਜਿਹੜੇ 5 ਪਿਆਰੇ ਤੋਰੇ ਸਨ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ, ਉਹਨਾਂ 5 ਪਿਆਰਿਆਂ ਵਿੱਚੋਂ ਇੱਕ ਪਿਆਰੇ ਬਾਬਾ ਵਿਨੋਦ ਸਿੰਘ ਜੀ ਸੀ। ਤੇ ਉਹ ਫਿਰ ਇੱਥੇ ਜਦੋਂ ਜੰਗਾਂ ਯੁੱਧਾਂ ਬਹੁਤ ਲੜੀਆਂ, ਕੁਝ ਗੱਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਾਬਾ ਵਿਨੋਦ ਸਿੰਘ ਜੀ ਦਾ ਮਨਮੁਟਾਵ ਹੋ ਗਿਆ। ਫਿਰ ਇਹਨਾਂ ਨੇ ਆਪਣੇ ਬਾਬਾ ਵਿਨੋਦ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਛੱਡਤਾ ਕਿ ਤੁਸੀਂ ਰਹੋ, ਪਰ ਅਸੀਂ ਹੁਣ ਘਰ ਜਾਂਦੇ ਹਾਂ। ਉਮਰ ਦਾ ਵੀ ਤਕਾਜ਼ਾ ਸੀ ਕਿ ਸਾਤੋਂ ਫਿਰ ਕਿਉਂਕਿ ਜੇ ਅਸੀਂ ਨਾਲ ਰਹਾਂਗੇ ਤਾਂ ਝਗੜੇ ਦਾ ਕਾਰਨ ਬਣੂ, ਅਸੀਂ ਨਹੀਂ ਚਾਹੁੰਦੇ। ਤੇ ਉਹ ਵੀ ਸਮਾਂ ਸੀ ਜਦੋਂ ਦਰਬਾਰ ਸਾਹਿਬ ਵਿੱਚ ਕੁਝ ਮਰਿਆਦਾ ਵਿੱਚ ਵੀ ਵੱਖਰਾਪਨ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਵਿਨੋਦ ਸਿੰਘ ਉਹਨਾਂ ਨੇ ਫਿਰ ਵਿਰੋਧ ਕੀਤਾ। ਬੰਦਾ ਸਿੰਘ ਇਹ ਨਹੀਂ ਹੋ ਸਕਦਾ। ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਜਗ੍ਹਾ ਤੇ ਉਹ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਇਸ ਤਰ੍ਹਾਂ ਥੋੜਾ ਫਰਕ ਪਾ ਲਿਆ ਸੀ। ਫਿਰ ਪਰਚੀਆਂ ਪਾਈਆਂ ਤੋਂ ਇਤਿਹਾਸ ਸੁਣਿਆ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਲੀ ਪਰਚੀ ਉੱਪਰ ਤਰਿਆਈ ਸੀ। ਫਿਰ ਫੈਸਲਾ ਪੰਥ ਨੇ ਕਰਤਾ ਹੀ। ਤੇ ਉਹ ਕੁਝ ਗੱਲਾਂ ਤੋਂ ਇਹ ਹੈ ਤਾਂ ਗੁਰੂ ਸਾਹਿਬ ਦੀ ਖੇੜੀ ਸੀ, ਉਹ ਜੀ ਮੱਤ ਹੋ ਜਾਂਦੀ ਹੈ। ਤੇ ਫਿਰ ਉਹ ਬਾਬਾ ਵਿਨੋਦ ਸਿੰਘ ਜੀ ਘਰੇ ਰਹੇ। ਜਦੋਂ ਘਰੇ ਰਹੇ ਉਮਰ ਦੇ ਬਿਰਧ ਤਕਾਜ਼ੇ ਵਿੱਚ, ਫਿਰ ਉਹਨਾਂ ਨੇ ਸਾਖੀਆਂ ਲਿਖੀਆਂ ਗੁਰੂ ਕੀਆਂ। ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਬਾਬਾ ਪ੍ਰੇਮ ਸਿੰਘ ਬੇਦੀ ਨੂੰ ਕਿ ਬਾਬਾ ਬੇਦੀ ਸਾਹਿਬ ਜੀ, ਠੀਕ ਹੈ, ਤੁਸੀਂ ਗੱਲ ਠੀਕ ਕਹੀ ਹੈ। ਇਹ ਸਾਡੇ ਕੋਲੇ ਬਾਬਾ ਵਿਨੋਦ ਸਿੰਘ ਜੀ ਸਾਡੇ ਵਡੇਰੇ ਹੋਏ ਨੇ ਬਜ਼ੁਰਗ, ਉਹਨਾਂ ਦੀਆਂ ਲਿਖੀਆਂ ਸਾਖੀਆਂ ਪਈਆਂ। ਇੱਕ ਤੇ ਹੁਣ ਉਹਦਾ ਆਸਰਾ ਲਵਾਂਗੇ, ਇੱਕ ਭਾਈ ਸੰਤੋਖ ਸਿੰਘ ਜੀ ਦਾ ਜੋ ਇਤਿਹਾਸ ਲਿਖਿਆ 10 ਪਾਤਸ਼ਾਹੀਆਂ ਦਾ, ਉਹਦਾ ਆਸਰਾ ਲੈ ਕਰਕੇ ਆਧਾਰ ਬਣਾ ਕੇ ਦੋਨਾਂ ਨੂੰ ਅਸੀਂ ਫਿਰ ਇਤਿਹਾਸ ਸੁਣਾਉਨੇ ਆ, ਲਿਖਾਉਨੇ ਆ। ਪਰ ਇੱਕ ਬੇਨਤੀ ਵੀ ਤੁਸੀਂ ਸੁਣਿਓ। ਫਿਰ ਬਾਬਾ ਪ੍ਰੇਮ ਸਿੰਘ ਬੇਦੀ ਨੇ ਸਾਰਾ ਇਤਿਹਾਸ ਸਰੋਤਾ ਬਣ ਕੇ ਸੁਣਿਆ ਤੇ ਉਹ ਕੋਲ ਬੈਠ ਕੇ ਹੋਰ ਸਰੋਤੇ ਵੀ ਸੁਣਦੇ, ਨਾਲ ਦੀ ਨਾਲ ਲਿਖਤ ਹੋ ਰਹੀ ਹੈ। ਸੰਤ ਨੈਣ ਪ੍ਰੇਮ ਸਿੰਘ ਜੀ ਇਤਿਹਾਸ ਸੁਣਾ ਰਹੇ ਨੇ, ਲਿਖਵਾ ਰਹੇ ਹਨ। ਉਹ ਗੱਲ ਕਹਿ ਰਹੇ ਹੈ, ਕਹਿਓ ਪ੍ਰੇਮ ਹਰ ਪ੍ਰੇਮ ਸੋ, ਕਹਿਓ ਪ੍ਰੇਮ ਹਰ ਪ੍ਰੇਮ ਸੋ। ਕਹਿੰਦੇ ਭਾਈ ਸਾਨੂੰ ਬਾਬਾ ਪ੍ਰੇਮ ਸਿੰਘ, ਹਰ ਦਾ ਭਾਵ ਸਿੰਘ, ਬਾਬਾ ਪ੍ਰੇਮ ਸਿੰਘ ਬੇਦੀ ਜਿਹੜੇ ਸਨ, ਉਹਨਾਂ ਨੇ ਪ੍ਰੇਮ ਨਾਲ ਕਿਹਾ, 5 ਮਹਿਲ ਦਰਸਾਏ ਕਿ ਹੇ ਸੰਤ ਨੈਣ ਪ੍ਰੇਮ ਸਿੰਘ, ਤੁਸੀਂ 5 ਮਹੱਲਿਆਂ ਦੇ ਭਾਵ 5 ਗੁਰੂ ਸਾਹਿਬਾਂ ਦੇ ਦਰਸ਼ਨ ਕਰਵਾਤੇ, ਇਤਿਹਾਸ ਦੇ ਭਾਵ ਜਾਣਕਾਰੀ ਇਤਿਹਾਸ ਸੁਣਾ ਲਿਖਵਾ ਦਿੱਤਾ ਹੈ। ਰੋਚ ਜਾਗੀ ਮਨ ਸੁਨਨ ਕੀ, ਅਬ ਖਸ਼ਟਮ ਦਰਸਾਏ। ਹੁਣ ਸਾਡੇ ਮਨ ਦੇ ਵਿੱਚ ਰੁਚੀ ਜਾਗੀ ਹੈ, ਅੱਗੇ ਇਤਿਹਾਸ ਸਾਨੂੰ ਹੁਣ 6ਵੇਂ ਪਾਤਸ਼ਾਹ ਮਹਾਰਾਜ ਦਾ ਜੀਵਨ ਦਰਸ਼ਨ ਕਰਵਾਓ। ਆਹੋ ਬੇਦੀ ਕੁਲ ਭੂਖ ਨੰ, ਆਤਸੈ ਬੁੱਧ ਉਦਾਰ। ਤਾਂ ਸੰਤ ਨੈਣ ਪ੍ਰੇਮ ਸਿੰਘ ਕਹਿਣ ਲੱਗੇ, ਆਹੋ ਬੇਦੀ ਕੁਲ ਭੂਖ ਨੰ, ਐ ਬੇਦੀ ਕੁਲ ਦੇ ਭੂਖਨ ਕਹੀਏ ਗਹਿਣਾ, ਪਾ ਬੇਦੀ ਕੁਲ ਵਿੱਚ ਮਹਾਨ ਬਾਬਾ ਪ੍ਰੇਮ ਸਿੰਘ, ਆਤਸੈ ਬੁੱਧ ਉਦਾਰ, ਤੁਹਾਡੀ ਜਿਹੜੀ ਬੁੱਧੀ ਬਹੁਤ ਵੱਡੀ ਤੇ ਉਦਾਰ ਸਖੀ ਦਾਤੇ ਵਾਲੀ ਬੁੱਧੀ ਹੈ, ਸਭ ਦਾ ਭਲਾ ਲੋਚਣ ਵਾਲੀ ਹੈ।
ਸ੍ਰੀ ਗੁਰ ਗਾਥਾ ਸੁਨਨ ਮੋਹ ਧਰੋ ਹੀਏ ਅਤ ਪਿਆਰ। ਜੋ ਕਿ ਤੁਸੀਂ ਸ੍ਰੀ ਗੁਰੂ ਮਹਾਰਾਜ ਦੀ ਇਹ ਕਥਾ ਸੁਣਨ ਦੇ ਵਿੱਚ ਆਪਣੇ ਹਿਰਦੇ ਅੰਦਰ ਬਹੁਤ ਹੀ ਵੱਡਾ ਪਿਆਰ ਧਾਰਿਆ ਹੈ। ਦਰਸਾਵਹੁ ਕਸ਼ਟਮ ਮਹਿਲ ਸਭ ਗੁਰ ਚਰਨ ਮਨਾਏ। ਤਾਂ ਕਹਿੰਦੇ ਭਾਈ ਹੁਣ ਅਸੀਂ 6ਵੇਂ ਮਹੱਲੇ ਦੀ ਕਥਾ ਦੇ ਦਰਸ਼ਨ ਕਰਵਾਉਨੇ ਆ। ਸਾਰੇ ਗੁਰੂ ਸਹਿਬਾਨਾਂ ਦੇ ਚਰਨ ਮਨਾ ਕਰਕੇ ਕਥੋਂ ਕਥਾ ਖੜਗੇਸ ਕੀ ਸੁਣੀ ਹੈ ਪ੍ਰੇਮ ਵਡਾਏ। ਖੜਗੇਸ ਦੋ ਸ਼ਬਦਾਂ ਦਾ ਜੋੜ ਹੈ, ਖੜਗ ਤੇ ਏਸ਼। ਖੜਗ ਨਾਮ ਤਲਵਾਰ ਦਾ ਹੈ ਤੇ ਏਸ਼ ਨਾਮ ਈਸ਼ਵਰ ਦਾ ਹੈ, ਮਾਲਕ ਦਾ ਹੈ। ਭਾਵ ਦੋ ਤਲਵਾਰਾਂ ਦੇ ਧਨੀ ਰਾਜੇ ਈਸ਼ਵਰ। ਕਥੋਂ ਕਥਾ ਖੜਗੇਸ ਕੀ। ਹੁਣ ਮੈਂ ਖੜਗ ਏਸ਼ ਦੀ ਭਾਵ ਕੇ ਦੋ ਤਲਵਾਰਾਂ ਧਾਰਨ ਵਾਲੇ, ਮੀਰੀ ਪੀਰੀ ਦੀਆਂ ਤਲਵਾਰਾਂ ਨੂੰ ਧਾਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਕਥਨ ਕਰਦਾ ਹਾਂ। ਸੁਣੀਏ ਪ੍ਰੇਮ ਵਢਾਏ। ਆਪਣੇ ਅੰਦਰ ਪ੍ਰੇਮ ਵਧਾ ਕੇ ਸੁਣੋ ਜੀ। ਗੁਰ ਸਿੰਘਾਸਨ ਪਰ ਥਿਰੇ ਸੋਭਾ ਦੇਹਿ ਮਹਾ। ਸਠਮ ਰੂਪ ਨਾਨਕ ਗੁਰੂ ਤੇਜ ਮਹਾ ਬਲਵਾਨ। ਜੋ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ 6ਵਾਂ ਸਰੂਪ ਬਹੁਤ ਵੱਡੇ ਤੇਜ ਵਾਲੇ, ਬਹੁਤ ਹੀ ਵੱਡੇ ਬਲ ਵਾਲੇ। ਗੁਰ ਸਿੰਘਾਸਨ ਪਰ ਥਿਰੇ ਸੋਭਾ ਦੇਹਿ ਮਹਾਨ। ਉਹ ਭਾਈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਿੰਘਾਸਣ ਤੇ ਬਿਰਾਜਮਾਨ ਹੋ ਗਏ ਹੈ, ਜਿਨ੍ਹਾਂ ਦੀ ਮਹਾਨ ਸੋਭਾ ਪ੍ਰਕਾਸ਼ ਦੀ ਹੈ। ਚੌਪਈ ਸ੍ਰੀ ਹਰਗੋਬਿੰਦ ਅਤ ਸਹਿ ਸੋ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਹੀ ਸੋਭ ਰਹੇ ਨੇ। ਜੋ ਸਭ ਸਿੱਖਨ ਕੇ ਮਨ ਮੋਹ ਹੈ। ਜਿਹੜੇ ਕਿ ਸਾਰੇ ਸਿੱਖਾਂ ਦੇ ਮਨ ਨੂੰ ਮੋਹ ਰਹੇ ਹਨ। ਬਾਜ ਉੱਠੇ ਤਬ ਬੜ ਸ਼ਦਿਆਨੇ। ਤਾਂ ਭਾਈ ਵੱਡੇ ਵੱਡੇ ਸ਼ਦਿਆਨੇ ਕੇ ਨਗਾਰੇ ਢੋਲ ਵੱਜ ਉੱਠੇ ਹਨ। ਸੋ ਆਨੰਦ ਕੋ ਸਕੈ ਬਖਾਨੇ। ਉਸ ਆਨੰਦ ਨੂੰ, ਉਸ ਖੁਸ਼ੀ ਨੂੰ ਕੌਣ ਕੋਈ ਬਖਿਆਨ ਕਰ ਸਕਦਾ ਹੈ। ਗੁਰੂ ਅੰਸ਼ ਸਿੱਖ ਸੰਗਤ ਸਾਰੇ। ਗੁਰੂ ਕੀ ਅੰਸ਼ਾਂ ਬੰਸਾਂ ਬੇਦੀ ਕੁਲ ਦੇ, ਤ੍ਰਿਹਣ ਕੁਲ ਦੇ, ਭੱਲੇ ਕੁਲ ਦੇ, ਹੋਰ ਬਾਕੀ ਸਿੱਖ ਸੰਗਤਾਂ ਸਭ ਹੀ ਉੱਠੇ ਪਗਨ ਗੁਰ ਬੰਧਨ ਤਾਰੇ। ਸਾਰੇ ਉੱਠੇ ਹਨ ਸਤਿਗੁਰੂ ਦੇ ਚਰਨਾਂ ਤੇ, 6ਵੇਂ ਪਾਤਸ਼ਾਹ ਜੀ ਦੇ ਚਰਨਾਂ ਪਰ ਸਭ ਨੇ ਬੰਦਨਾ ਕੀਤੀ ਹੈ। ਸੇਲੀ ਮਾਲਾ ਲਿਆਏ ਮਸੰਦ। ਜਿਹੜੇ ਮਸੰਦ ਸੀ ਪਹਿਲੀ ਮਰਜ਼ਾਦਾ ਤਹਿਤ ਸੇਲੀ ਲਿਆਏ ਹਨ ਤੇ ਮਾਲਾ ਲਿਆਏ ਹੈ। ਸੇਲੀ ਮਾਲਾ ਗਲ ਵਿੱਚ ਤੇ ਸੀਸ ਤੇ ਸੇਲੀ ਪਾਈ ਜਾਂਦੀ ਸੀ ਸਿਰ ਦੇ ਉੱਤੇ। ਜੋ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਵੇਖਦੇ ਹਾਂ ਤਾਂ ਇੱਕ ਜੋ ਦਸਤਾਰ ਹੈ ਉਹਦੇ ਉੱਤੇ ਇੱਕ ਮਾਲਾ ਬਣਾਈ ਹੈ, ਉਹਨੂੰ ਸੇਲੀ ਕਿਹਾ ਜਾਂਦਾ ਹੈ। ਉਹ ਸੇਲੀ ਫਿਰ ਇੱਥੋਂ ਹੀ ਚੱਲਿਆ, ਸੇਲੀ ਟੋਪੀ ਦੇਤੀ। ਪਹਿਲਾਂ ਮਰਜ਼ਾਦਾ ਹੁੰਦੀ ਸੀ, ਕਿਸੇ ਨੂੰ ਵੀ ਅੱਗੇ ਸਥਾਪਨ ਕਰਨਾ ਹੈ ਜਿਹੜਾ ਉੱਤਰਾਧਿਕਾਰੀ ਤਾਂ ਨਾ, ਉਹਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਉਹਦੇ 3-4 ਖੂੰਜੇ ਜੇ ਬਣੇ, 5-6 ਬਣੇ ਹੁੰਦੇ ਸੀ। ਉਹ ਆਹ ਟੋਪੀਆਂ ਵਾਂਗ ਨਹੀਂ ਸੀ ਹੁੰਦੀ, ਇੱਕ ਤਰ੍ਹਾਂ ਨਾਲ ਗੋਲ ਵੀ ਤੇ ਉਹ ਆਲੇ ਦਾਲਿਓਂ ਉੱਠੀ ਜੀ ਹੁੰਦੀ ਸੀ 6-7-8 ਜਗ੍ਹਾ ਤੋਂ। ਉਹ ਵਿਸ਼ੇਸ਼ ਰੂਪ ਵਿੱਚ ਬਣਦੀ ਹੁੰਦੀ ਸੀ, ਉੱਤਰਾਧਿਕਾਰੀ ਨੂੰ ਹੀ ਪਹਿਨਾਈ ਜਾਂਦੀ ਸੀ। ਉਹਦੇ ਉੱਤੇ ਫਿਰ ਇੱਕ ਮਾਲਾ, ਉਸ ਨੂੰ ਸੇਲੀ ਟੋਪੀ ਕਿਹਾ ਜਾਂਦਾ ਸੀ। ਪਹਿਲੇ ਸਮਿਆਂ ਵਿੱਚ ਇਹ ਉੱਤਰਾਧਿਕਾਰੀ ਥਾਪਣ ਦੀਆਂ ਪੁਰਾਤਨ ਮਰਜ਼ਾਦਾ ਸਨ। ਸੇਲੀ ਮਾਲਾ ਲਿਆਏ, ਉਹ ਸੇਲੀ ਮਾਲਾ ਨੂੰ ਮਸੰਦ ਲੈ ਕੇ ਆਏ। ਰਾਖ ਗੁਰੂ ਆਗੇ ਕਰ ਬੰਦ।
ਹੱਥ ਜੋੜ ਕੇ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੀ। ਸਭ ਕੋ ਲੱਗੇ ਬਿਲੋਚਨ ਐਸੇ, ਸਾਰੇ ਹੀ ਭਾਈ ਇਸ ਤਰ੍ਹਾਂ ਵੇਖਣ ਲੱਗੇ ਹਨ। ਚੰਦ ਚਕੋਰਹਿ ਚਿਤਵਤ ਜੈਸੇ, ਜਿਵੇਂ ਚੰਦ ਨੂੰ ਚਕੋਰ ਵੇਖਦੇ ਚਿਤਵਦੇ ਹਨ, ਇਉਂ ਸਭ ਦੀ ਨਿਗਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਹੈ। ਸ੍ਰੀ ਗੁਰ ਹਰਗੋਬਿੰਦ ਆਨੰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਨੰਦ ਦੇਣ ਵਾਲੇ, ਆਨੰਦ ਦੇ ਦਾਤੇ, ਆਨੰਦਦਾਈ ਸਰੂਪ ਛੇਵੇਂ ਪਾਤਸ਼ਾਹ ਜੀ। ਤਿੰਨ ਪਿਖ ਮੁਸਕਾਏ ਮੰਦ ਮੰਦੇ, ਤੇ ਉਹਨਾਂ ਸੇਲੀ ਮਾਲਾ ਵੱਲ ਵੀ ਵੇਖਿਆ, ਮਸੰਦਾਂ ਵੱਲ ਵੀ ਵੇਖ ਕੇ ਸਤਿਗੁਰੂ ਜੀ ਥੋੜਾ ਥੋੜਾ ਮੁਸਕਰਾਏ ਹਨ। ਬ੍ਰਿਧ ਕੋ ਸਨਮੁਖ ਥਿਰਿਓ ਨਿਹਾਰਾ, ਤਾਂ ਫਿਰ ਬਾਬਾ ਬੁੱਢਾ ਜੀ ਨੂੰ ਕੋਲ ਬੈਠੇ ਸਤਿਗੁਰਾਂ ਵੇਖਿਆ। ਸਭਨ ਸੁਨਾਏ ਸੋ ਐਸ ਉਚਾਰਾ, ਤਾਂ ਫਿਰ ਸਾਰਿਆਂ ਨੂੰ ਸੁਣਾ ਕੇ ਬਾਬਾ ਜੀ ਵੱਲ ਵੇਖ ਕੇ ਛੇਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਉਚਾਰੇ। ਇਹ ਮਸੰਦ ਅਬ ਕਿਆ ਲੈ ਆਏ, ਕਹਿੰਦੇ ਭਾਈ ਆ ਮਸੰਦ ਕੀ ਲੈ ਆਏ ਹਨ। ਅਜ ਹੋ ਨ ਜਾਣੈ ਸਹਿਜ ਸੁਭਾਏ, ਕਹਿੰਦੇ ਅਜੇ ਨਹੀਂ ਜਾਣਿਆ ਸਹਿਜ ਸੁਭਾ। ਜੇ ਬੋਲਿਆ ਸਤਿਗੁਰੂ ਪਾਤਸ਼ਾਹ ਨੇ, ਆਬ ਇਨ ਧਾਰਨ ਨਹਿ ਅਧਿਕਾਰਾ, ਕਹਿੰਦੇ ਭਾਈ ਹੁਣ ਇਹਨੂੰ ਧਾਰਨ ਕਰਨ ਦਾ ਹੁਣ ਸਮਾਂ ਨਹੀਂ, ਅਧਿਕਾਰ ਨਹੀਂ। ਸ਼ਾਂਤ ਸਰੂਪ ਜਥਾ ਗੁਰ ਧਾਰਾ, ਇਹ ਅਧਿਕਾਰੀ ਹੈ ਜਿਹਨੇ ਸ਼ਾਂਤ ਸਰੂਪ ਰਹਿਣਾ। ਤੋ ਜਥਾ ਗੁਰੂ ਪਾਤਸ਼ਾਹ ਜੀ ਜੋ ਸ਼ਾਂਤ ਸਰੂਪ ਰਹੇ, ਉਹਨਾਂ ਨੇ ਧਾਰਨ ਕੀਤਾ। ਤੁਰਕ ਰਾਜ ਭੇ ਦੁਸ਼ਟ ਵਿਸਾਲੇ, ਪਰ ਹੁਣ ਜਿਹੜਾ ਹੈ ਤੁਰਕਾਂ ਦਾ ਰਾਜ, ਇਹ ਤੁਰਕ ਰਾਜੇ ਬਹੁਤ ਜ਼ਿਆਦੇ ਦੁਸ਼ਟ ਹੋ ਗਏ। ਕਿਆ ਕੀਨਸ ਸਤਿਗੁਰ ਪਿਤ ਨਾਲੇ, ਆ ਵੇਖ ਲੋ ਉਹਨਾਂ ਨੇ ਸਤਿਗੁਰੂ ਪਿਤਾ ਜੀ ਨਾਲ ਕੀ ਕੀਤਾ ਹੈ। ਆਬ ਹਮ ਸ਼ਸਤਰਨ ਧਾਰਨ ਚਹਿ, ਹੁਣ ਭਾਈ ਅਸੀਂ ਸ਼ਸਤਰ ਧਾਰਨੇ ਚਾਹੁੰਦੇ ਹਾਂ। ਰਾਖੈ ਧਰਮ ਅਧਰਮੀ ਕਹਿ, ਹੁਣ ਧਰਮ ਨੂੰ ਰੱਖਾਂਗੇ ਤੇ ਅਧਰਮੀਆਂ ਦਾ ਨਾਸ਼ ਕਰਨਾ ਹੈ। ਪ੍ਰਥਮ ਹੋਤੇ ਛਤਰੀ ਮਹਿਪਾਲਾ, ਜਿਹੜੇ ਪਹਿਲਾਂ ਛਤਰੀ ਰਾਜੇ ਹੁੰਦੇ ਸਨ। ਆਯੁਧ ਕੋ ਅਭਿਆਸ ਵਿਸਾਲਾ, ਉਹ ਭਾਈ ਸ਼ਸਤਰਾਂ ਦੇ ਬਹੁਤ ਹੀ ਅਭਿਆਸੀ ਸਨ। ਤਜਿਓ ਜਬੈ ਸ਼ਸਤਰਨ ਅਭਿਆਸਾ, ਪਰ ਵੇਖੋ ਜਦੋਂ ਤੋਂ ਉਹਨਾਂ ਨੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ। ਲੀਨੋ ਤੁਰਕ ਰਾਜ ਨਿਜ ਪਾਸਾ, ਉਦੋਂ ਤੋਂ ਫਿਰ ਤੁਰਕਾਂ ਨੇ ਜਿਹੜਾ ਰਾਜ ਸੀ ਆਪਣੇ ਕੋਲ ਲੈ ਲਿਆ। ਆਬ ਨਿਜ ਸਿੱਖਨ ਸ਼ਸਤਰ ਗਹਾਵੇ, ਹੁਣ ਅਸੀਂ ਆਪਣੇ ਸਿੱਖਾਂ ਨੂੰ ਸ਼ਸਤਰ ਫੜਾਵਾਂਗੇ। ਵਿਦਿਆ ਕਰ ਅਭਿਆਸਹਿ ਪਾਵੇ, ਤੂੰ ਇਸ ਤਰ੍ਹਾਂ ਇਹ ਅਭਿਆਸ ਕਰਾਵਾਂਗੇ, ਅਭਿਆਸ ਕਰਨਗੇ ਸ਼ਸਤਰ ਵਿਦਿਆ, ਇਹਨਾਂ ਨੂੰ ਅਭਿਆਸ ਕਰਾਉਣਾ ਹੈ। ਕਰੈ ਸੋ ਜੁੱਧ ਅਧਰਮਨ ਕਹਾਵੇ, ਤਾਂ ਫਿਰ ਮੇਰੇ ਸਿੱਖ ਯੁੱਧ ਕਰਨਗੇ, ਜਿਹੜੇ ਅਧਰਮੀ ਪਾਪੀ ਦੁਸ਼ਟ ਨੇ ਉਹਨਾਂ ਦਾ ਨਾਸ਼ ਕਰਨਗੇ। ਜਿਸ ਤੇ ਪੁਨਹ ਧਰਮ ਬਿਰਥਾਵੇ, ਜਿਸ ਦੇ ਨਾਲ ਫੇਰ ਧਰਮ ਦਾ ਵਿਸਥਾਰ ਹੋਵੇਗਾ। ਸੁਣ ਬ੍ਰਿਧ ਬੋਲਿਓ ਤਬ ਕਰ ਜੋਰ, ਸੁਣ ਕੇ ਬਾਬਾ ਬੁੱਢਾ ਜੀ ਫਿਰ ਹੱਥ ਜੋੜ ਕੇ ਕਹਿਣ ਲੱਗੇ, ਗੁਰ ਮਰਜੀ ਬਿਨ ਬਨੈ ਨ ਹੋਰ, ਭਾਈ ਗੁਰੂ ਸਾਹਿਬ ਦੀ ਰਜਾ ਮਰਜੀ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਪੰਜ ਗੁਰੂ ਆਗੇ ਜਗ ਭਏ, ਜੋ ਪਹਿਲਾਂ ਪੰਜ ਗੁਰੂ ਸਾਹਿਬਾਨ ਜਗਤ ਤੇ ਹੋਏ। ਜਥਾ ਰੀਤ ਪੂਰਬ ਨਿਰਮਏ, ਉਹ ਜਿਸ ਤਰ੍ਹਾਂ ਦੀ ਰੀਤੀ ਪਹਿਲਾਂ ਮਰਜ਼ਾਦਾ ਉਹਨਾਂ ਨੇ ਚਲਾਈ। ਤਥਾ ਮਸੰਦ ਆਪ ਢਿਗ ਲਿਆਈ,
ਉਸੇ ਤਰ੍ਹਾਂ ਹੀ ਇਹ ਮਸੰਦ ਆਪ ਫਿਰ ਇਸ ਤਰ੍ਹਾਂ ਸੇਲੀ ਮਾਲਾ ਟੋਪੀ ਵਗੈਰਾ ਕੋਲ ਲੈ ਆਏ। ਕਰੋ ਆਪ ਜੈਸੇ ਮਨ ਭਾਏ। ਬਾਬਾ ਜੀ ਕਹਿੰਦੇ ਮਹਾਰਾਜ ਹੁਣ ਜਿਸ ਤਰ੍ਹਾਂ ਤੁਹਾਨੂੰ ਮਨ ਨੂੰ ਭਾਉਂਦਾ ਤੁਸੀਂ ਉਸੇ ਤਰ੍ਹਾਂ ਕਰੋ। ਨਈ ਰੀਤ ਜੇ ਕਰੋ ਚਲਾਵਨ, ਜਿਹੜੀ ਤੁਸੀਂ ਨਵੀਂ ਰੀਤ ਹੈ ਉਹਨੂੰ ਚਲਾਉਣਾ ਕਰੋ। ਧਰੋ ਸ਼ਸਤਰ ਗਨ ਦੁਸ਼ਟਨ ਘਾਵਨ, ਇਸ ਤਰ੍ਹਾਂ ਸ਼ਸਤਰ ਧਾਰਨ ਕਰ ਲੋ, ਬੇਅੰਤ ਬਹੁਤ ਹੀ ਦੁਸ਼ਟਾਂ ਦਾ ਨਾਸ਼ ਕਰੋ। ਜਿਮ ਰਾਵਰ ਕੀ ਮਰਜੀ ਹੋਏ, ਜਿਵੇਂ ਮਹਾਰਾਜ ਤੁਹਾਡੀ ਮਰਜੀ ਹੋਵੇ। ਮਾਨਹਿ ਤਿਮ ਨੀਕੀ ਸਭ ਕੋਏ, ਉਸੇ ਤਰ੍ਹਾਂ ਸਭ ਨੀਕੀ ਕਹੀਏ ਸਾਰੇ ਹੀ ਚੰਗੀ ਮੰਨਣਗੇ। ਤਬ ਸ੍ਰੀ ਸਤਿਗੁਰ ਜੀ ਮੁਸਕਾਏ, ਤਦ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਏ ਹਨ। ਸੇਲੀ ਮਾਲ ਮਸੰਦ ਜੋ ਲਿਆਏ, ਜਿਹੜੀ ਸੇਲੀ ਮਾਲਾ ਟੋਪੀ ਮਸੰਦ ਲੈ ਕੇ ਆਏ ਸਨ। ਦੁਐ ਕਰ ਬੰਦ ਬੰਦਨਾ ਕਰੀ, ਮਹਾਰਾਜ ਨੇ ਉਸ ਵੱਲ ਦੋਵੇਂ ਹੱਥ ਜੋੜ ਕੇ ਨਮਸਕਾਰ ਕਰ ਦਿੱਤੀ। ਗੁਰ ਅੰਸਨ ਦੀਨ ਸਤਿਸ ਘਰੀ, ਤੇ ਉਹ ਫਿਰ ਜਿਹੜੀ ਗੁਰੂ ਕੀ ਅੰਸ ਬੰਸ ਬੈਠੀਆਂ ਸਨ, ਤੁਸੀਂ ਇਉਂ ਰਹਿਣਾ ਸ਼ਾਂਤ ਸਰੂਪ, ਉਹਨਾਂ ਨੂੰ ਉਸ ਸਮੇਂ ਦੇ ਦਿੱਤੀ। ਲੈ ਕਰ ਸੀਸ ਧਰਨ ਤਿਨ ਕੀਨ, ਗੁਰੂ ਕੀ ਅੰਸਾਂ ਨੇ ਉਹ ਲੈ ਕੇ ਆਪਣੇ ਸਿਰ ਤੇ ਰੱਖੇ। ਪੁਨ ਆਗਿਆ ਗੁਰ ਅਸ ਬਿਦ ਦੀਨ, ਫਿਰ ਸਤਿਗੁਰੂ ਨੇ ਇਸ ਤਰ੍ਹਾਂ ਆਗਿਆ ਦਿੱਤੀ ਹੈ। ਜੋ ਹਮ ਸ਼ਸਤਰ ਸ਼ੁਭ ਬਣਵਾਏ, ਜੋ ਭਾਈ ਅਸੀਂ ਚੰਗੇ ਸ਼ੁਭ ਸ਼ਸਤਰ ਬਣਵਾਏ ਹਨ। ਤਿੰਨ ਮਹਿ ਅਸ ਖੰਡਾ ਅਬ ਲਿਆਏ, ਉਹਨਾਂ ਦੇ ਵਿੱਚੋਂ ਹੁਣ ਇਸ ਤਰ੍ਹਾਂ ਅਸ ਖੰਡਾ ਭਾਵ ਤਲਵਾਰਾਂ ਲੈ ਆਓ। ਸਤ ਬਚਨ ਕਹਿ ਤੋਸ਼ੇ ਖਾਨੀ, ਤਾਂ ਸਤ ਬਚਨ ਕਹਿ ਕੇ ਜਿਹੜਾ ਤੋਸ਼ੇ ਖਾਨੀ ਹੈ, ਤੋਸ਼ਾ ਖਜ਼ਾਨੇ ਜਿੱਥੇ ਸਾਰਾ ਖਜ਼ਾਨਾ ਸ਼ਸਤਰ ਹੁੰਦੇ ਹੈ, ਤੇ ਉਹਨੂੰ ਤੋਸ਼ਾ ਖਾਨਾ ਕਿਹਾ ਜਾਂਦਾ, ਜੋ ਉਸ ਦਾ ਇੰਚਾਰਜ ਹੈ। ਲੈ ਆਇਓ ਗੋਰੇ ਅਗਰ ਤਰਹਨੀ, ਉਹ ਲਿਆਇਆ ਤੇ ਸਤਿਗੁਰਾਂ ਦੇ ਅੱਗੇ ਲਿਆ ਕੇ ਰੱਖ ਦਿੱਤੀ। ਕਬਜੇ ਜਿਨਹੁ ਸੁਨਹਿਰੀ ਰੂਰੇ, ਜਿਨ੍ਹਾਂ ਦੇ ਕਬਜੇ ਜਿਹੜੇ ਹਨ ਮੁੱਠੇ ਐ ਸੁਨਹਿਰੀ ਤੇ ਬਹੁਤ ਸੁੰਦਰ ਹਨ। ਹੀਰੇ ਪੰਨੇ ਜਿਨ ਮਹਿ ਪੂਰੇ, ਜਿਨ੍ਹਾਂ ਦੇ ਵਿੱਚ ਐਨ ਪੂਰੇ ਹੀਰੇ ਪੰਨੇ ਜੜੇ ਹੋਏ ਹਨ। ਭਿਖ ਸ੍ਰੀ ਸਤਿਗੁਰ ਮਨ ਹਰ ਖਾਏ, ਤੇ ਵੇਖ ਕੇ ਸ੍ਰੀ ਗੁਰੂ ਪਾਤਸ਼ਾਹ ਜੀ ਮਨ ਵਿੱਚ ਪ੍ਰਸੰਨ ਹੋਏ। ਕਹਿਓ ਬੁੱਢਾ ਜੀ ਮੋਹੇ ਘਰ ਪਾਏ, ਕਿਹਾ ਹੈ ਬਾਬਾ ਬੁੱਢਾ ਜੀ ਇਹ ਤਲਵਾਰਾਂ ਸਾਡੇ ਗਲ ਵਿੱਚ ਪਾ ਦਿਓ। ਸੁਨ ਆਇਸ ਬ੍ਰਿਧ ਜੀ ਤਿਸ ਕਾਲ, ਆਗਿਆ ਸੁਣ ਕੇ ਬਾਬਾ ਬੁੱਢਾ ਜੀ ਉਸ ਸਮੇਂ ਕਰ ਅਰਦਾਸ ਅਸਲੀਨ ਉਠਾਲ, ਅਰਦਾਸ ਕਰਕੇ ਇਸ ਤਰ੍ਹਾਂ ਉਹ ਤਲਵਾਰ ਚੁੱਕੀ। ਸਤਿਗੁਰ ਕੇ ਘਰ ਮੈਂ ਜਬ ਪਾਈ, ਜਦੋਂ ਸਤਿਗੁਰੂ ਜੀ ਦੇ ਗਲ ਸਰੀਰ ਪਰ ਪਾਈ ਹੈ। ਦਹਿਨ ਹਾਥ ਸੋ ਦਹਿਨ ਹਾਥ ਤਿਸ, ਦਹਿਨ ਹਾਥ ਦਿਸ ਸੋ ਤਬ ਥਾਈ, ਤਾਂ ਦਹਿਨ ਦਾਇਆ ਬਾਇਆ ਦੋ ਸ਼ਬਦ ਨੇ। ਦਾਇਆ ਦਹਿਨ ਸੱਜੇ ਨੂੰ ਕਹਿੰਦੇ ਆ, ਉਹ ਭਾਈ ਸੱਜੇ ਹੱਥ ਵਾਲੇ ਪਾਸੇ ਨੂੰ ਪਾ ਦਿੱਤੀ। ਬ੍ਰਿਧ ਲਾਗਿਓ ਬਾਮੀ ਦਿਸ ਕਰਨੇ, ਤਾਂ ਬਾਬਾ ਬੁੱਢਾ ਜੀ ਫਿਰ ਉਹਨੂੰ ਖੱਬੇ ਪਾਸੇ ਕਰਨ ਲੱਗੇ। ਸ੍ਰੀ ਮੁਖ ਹੱਸ ਕਰ ਬਚਨ ਉਚਾਰਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਸ ਕੇ ਬਚਨ ਕਹੇ। ਅਬ ਦੁਤੀਆ ਖੰਡਾ ਪਹਿਨਾਵ, ਭਾਈ ਬਾਬਾ ਜੀ ਹੁਣ ਦੂਜਾ ਤੇਰੀ ਤਲਵਾਰ ਪਹਿਨਾ ਦਿਓ। ਸੋ ਮੀਰੀ ਕਾ ਭਲੇ ਲਖਾਵੋ, ਇਹ ਪੀਰੀ ਦੀ ਹੈ ਤੇ ਉਹ ਮੀਰੀ ਦੀ ਭਲਾ ਕਰਕੇ ਜਾਣ ਲੋ ਕਿ ਮੀਰੀ ਦੀ ਹੋਵੇਗੀ। ਸੁਣ ਕਰ ਸਭ ਦੀਵਾਨ ਹਰ ਖਾਏ, ਤੋ ਸੁਣ ਕੇ ਭਾਈ ਸਾਰੇ ਦੀਵਾਨ ਵਿੱਚ ਖੁਸ਼ੀ ਹੋਈ।
ਦੁਤੀਓ ਖੰਡਾ ਗੁਰ ਗਰ ਪਾਏ। ਤੇ ਦੂਜਾ ਜਿਹੜਾ ਖੰਡਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗਲ ਭਾਵ ਖੰਡਾ ਕਿਰਪਾਨ 2 ਤਲਵਾਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਨ ਲਈਆਂ ਹਨ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਬਾਕੀ ਵਿਚਾਰ ਕੱਲ ਅੱਗੇ ਇਤਿਹਾਸ ਦੀ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।